ਹੈਲੋ ਫਰੈਂਡਸ, ਗਿਲਸ ਮੈਂਟੋਰ ਈ ਲਰਨਿੰਗ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ। ਅੱਜ 3 ਦਸੰਬਰ ਹੈ ਤੇ ਆਪਾਂ ਰੈਡੀ ਆਪਣੇ ਸੈਸ਼ਨ ਦੇ ਨਾਲ। ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰਾਂਗੇ, ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ। WhatsApp, Telegram, Facebook, ਜਿੱਥੇ ਵੀ ਤੁਸੀਂ ਆਪਣੇ ਫਰੈਂਡਸ ਦੇ ਨਾਲ ਜੁੜੇ ਹੋਏ ਹੋ, ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦਿਓ। ਆਪਾਂ ਸਟਾਰਟ ਕਰਾਂਗੇ ਸੈਸ਼ਨ। ਸਭ ਤੋਂ ਪਹਿਲੇ IBPS, RRB, JEE ਪੰਜਾਬ, ਪੰਜਾਬ ਪੁਲਿਸ, SI और पटवारी के लिए बैचेज लॉन्च किए जा चुके हैं। अगर तुम चाहो तो एनरोल करवा सकते हो। एनरोल करवाने के लिए सिंपली तुम साड़ी एप्लीकेशन डाउनलोड कर सकते हो या फिर तुम साड़ी वैबसाइट पर विजिट कर सकते हो। वैबसाइट का लिंक इतने दिता है। होर भी किसी तरीके के क्रैश कोर्स या मॉक टेस्ट सीरीज़ में अगर तुम अवेल करना चाहते हो तो भी तुम वैबसाइट पर विजिट कर सकते हो। चैनल में फर्स्ट टाइम विजिट कर रहे हो, चैनल में सबसक्राइब जरूर कर लो, वीडियोज़ में लाइक एंड शेयर जरूर कर दो। ਆਪਾਂ ਚੱਲਦੇ ਹਾਂ ਆਪਣੇ ਸੈਸ਼ਨ ਦੇ ਵੱਲ। ਸਭ ਤੋਂ ਪਹਿਲੇ ਸੈਸ਼ਨ ਦੇ ਵਿੱਚ ਆਪਾਂ ਉਹਨਾਂ ਨਿਊਜ਼ ਨੂੰ ਡਿਸਕਸ ਕਰਦੇ ਹਾਂ ਜਿਨ੍ਹਾਂ ਨੂੰ ਕੱਲ ਆਪਾਂ MCQ ਫਾਰਮ ਦੇ ਵਿੱਚ ਡਿਸਕਸ ਕੀਤਾ ਹੁੰਦਾ ਹੈ। ਉਹਨਾਂ ਦੀ ਰਿਵੀਜ਼ਨ ਕਰਦੇ ਹਾਂ। ਉਸ ਤੋਂ ਬਾਅਦ ਚੱਲਾਂਗੇ ਅੱਜ ਦੇ ਮੋਸਟ ਇੰਪੋਰਟੈਂਟ ਨਿਊਜ਼ ਨੂੰ MCQ ਫਾਰਮ ਦੇ ਵਿੱਚ ਡਿਸਕਸ ਕਰਾਂਗੇ, ਪਲੱਸ ਉਹਨਾਂ ਦੇ ਸਟੈਟਿਕ ਫੈਕਟਸ ਔਰ 올ਡ ਨਿਊਜ਼ ਨੂੰ ਵੀ ਇੰਟਰਲਿੰਕ ਕਰਦੇ ਚੱਲਾਂਗੇ। ਸੈਸ਼ਨ ਕਾਫੀ ਇੰਪੋਰਟੈਂਟ ਰਹੇਗਾ। ਸੈਸ਼ਨ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰ ਦਿਓ। ਸਟਾਰਟ ਕਰਦੇ ਹਾਂ ਸੈਸ਼ਨ। ਸਭ ਤੋਂ ਪਹਿਲੇ 1 ਦਸੰਬਰ ਨੂੰ एड्स डे ऑबजर्व किया गया। एड्स डे है जोड़ा एड्स डे 1988 ਦੇ ਵਿੱਚ सब तो पहले स्टार्ट किया गया सी। ऑबजर्व करना 1988 ਦੇ ਵਿੱਚ शुरू किया गया सी। थीम इंपोर्टेंट बनेगी एंडिंग द HIV एड्स एपीडेमिक, एंडिंग द HIV एड्स एपीडेमिक, रेजिलेंस एंड इंपैक्ट। इस तो इलावा 1 दसंबर ਨੂੰ ही नागालैंड द्वारा अपना स्टेटहुड डे भी ऑबजर्व किया गया। यानी कि नागालैंड ਨੂੰ 1 दसंबर ਨੂੰ ਬਣਾਇਆ ਗਿਆ ਸੀ 58 ਸਾਲ ਪਹਿਲੇ, यानी कि 58ਵਾਂ ਸਟੇਟਹੁਡ ਡੇ ऑबजर्व ਕੀਤਾ ਗਿਆ। ਨਾਗਾਲੈਂਡ ਦੇ ਵਿੱਚ ਹੀ ਬੇਸਿਕਲੀ 1 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਹੌਰਨਬਿਲ ਫੈਸਟੀਵਲ ਆਰਗੇਨਾਈਜ਼ ਕੀਤਾ ਜਾਂਦਾ ਹੈ। ਹੌਰਨਬਿਲ ਫੈਸਟੀਵਲ ਆਰਗੇਨਾਈਜ਼ ਕੀਤਾ ਜਾਂਦਾ ਹੈ। ਇਸ ਸਾਲ ਉਸ ਨੂੰ ਕਹਿ ਸਕਦੇ ਕਿ ਵਰਚੁਅਲ ਫਾਰਮ ਦੇ ਵਿੱਚ COVID-19 ਦੇ ਕਰਕੇ ਆਰਗੇਨਾਈਜ਼ ਕੀਤਾ ਜਾ ਰਿਹਾ। ਫੇਮਸ ਫੈਸਟੀਵਲ ਹੈ ਨਾਗਾਲੈਂਡ ਦਾ। ਬੋਰਡਰ ਸਿਕਿਉਰਿਟੀ ਫੋਰਸ BSF ਦਾ ਵੀ ਫਾਊਂਡੇਸ਼ਨ ਡੇ 1 ਦਸੰਬਰ ਨੂੰ ऑबजर्व ਕੀਤਾ ਗਿਆ। BSF ਨੇ ਆਪਣੇ 56 ਸਾਲ ਪੂਰੇ ਕੀਤੇ ਨੇ। 1 ਦਸੰਬਰ 1965 ਨੂੰ ਇਸ ਨੂੰ ਬਣਾਇਆ ਗਿਆ ਸੀ। ਨਿਊ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ BSF ਦਾ। ਔਰ ਰਾਕੇਸ਼ ਅਸਥਾਨਾ ਨਾਮ ਇੰਪੋਰਟੈਂਟ ਬਣੇਗਾ, ਬਿਲਕੁਲ ਰੀਸੈਂਟਲੀ ਅਪਾਇੰਟ ਕੀਤੇ ਗਏ ਨੇ। ਰਾਕੇਸ਼ ਅਸਥਾਨਾ ਨੂੰ BSF ਦਾ ਡਾਇਰੈਕਟਰ ਜਨਰਲ ਅਪਾਇੰਟ ਕੀਤਾ ਗਿਆ। ਨੈਕਸਟ ਹੈ ਮੈਰੀਅਮ ਵੈਬਸਟਰ ਡਿਕਸ਼ਨਰੀ। ਮੈਰੀਅਮ ਵੈਬਸਟਰ ਡਿਕਸ਼ਨਰੀ ਹੈ ਜਿਹੜੀ, ਇਸ ਦੁਆਰਾ 2020 ਵਰਡ ਆਫ ਦਾ ਈਅਰ ਨਾਮਿਤ ਕੀਤਾ ਗਿਆ ਪੈਂਡੈਮਿਕ। ਪੈਂਡੈਮਿਕ ਵਰਡ ਨੂੰ 2020 ਵਰਡ ਆਫ ਦਾ ਈਅਰ ਨਾਮਿਤ ਕੀਤਾ ਗਿਆ ਮੈਰੀਅਮ ਵੈਬਸਟਰ ਡਿਕਸ਼ਨਰੀ ਦੁਆਰਾ। ਨੈਕਸਟ ਹੈ ਨੈਸ਼ਨਲ ਡਾਇਰੀ ਡਿਵੈਲਪਮੈਂਟ ਬੋਰਡ NDDB। ਨੈਸ਼ਨਲ ਡਾਇਰੀ ਡਿਵੈਲਪਮੈਂਟ ਬੋਰਡ ਹੈ ਜਿਹੜਾ, ਇਸ ਦੇ ਨਵੇਂ ਚੇਅਰਪਰਸਨ ਅਪਾਇੰਟ ਕੀਤੇ ਗਏ ਨੇ ਵਰਸ਼ਾ ਜੋਸ਼ੀ ਨੂੰ ਨਵੇਂ ਚੇਅਰਪਰਸਨ ਅਪਾਇੰਟ ਕੀਤਾ ਗਿਆ NDDB ਦਾ। ਨੈਕਸਟ ਹੈ ਉਤਪਲ ਕੁਮਾਰ ਸਿੰਘ ਨੂੰ ਸੈਕਟਰੀ ਜਨਰਲ ਅਪਾਇੰਟ ਕੀਤਾ ਗਿਆ ਲੋਕ ਸਭਾ ਦੇ ਵਿੱਚ। ਲੋਕ ਸਭਾ ਦੀ ਗੱਲ ਕਰਦੇ ਹਾਂ, ਯਾਦ ਰੱਖਾਂਗੇ 17th ਲੋਕ ਸਭਾ ਹੈ। ਦੂਸਰੀ ਚੀਜ਼ ਯਾਦ ਰੱਖਾਂਗੇ ਲੋਕ ਸਭਾ ਦੀ ਸਪੀਕਰ ਨੇ ਜਿਹੜੇ ਓਮ ਬਿਰਲਾ ਨੇ। ਓਮ ਬਿਰਲਾ ਕੋਟਾ ਰਾਜਸਥਾਨ ਤੋਂ ਲੋਕ ਸਭਾ MP ਨੇ। ਔਰ ਹੁਣ ਉਤਪਲ ਕੁਮਾਰ ਸਿੰਘ ਨੂੰ ਸੈਕਟਰੀ ਜਨਰਲ ਅਪਾਇੰਟ ਕੀਤਾ ਗਿਆ। ਨੈਕਸਟ ਹੈ ਗਵਰਨਮੈਂਟ ਦੁਆਰਾ ਕੋਵਿਡ ਸੁਰੱਖਿਆ ਮਿਸ਼ਨ ਦੇ ਅੰਡਰ, ਕੋਵਿਡ ਸੁਰੱਖਿਆ ਮਿਸ਼ਨ ਹੈ ਜਿਸ ਦੇ ਅੰਡਰ COVID-19 ਦੇ ਲਈ ਵੈਕਸੀਨ ਬਣਾਈ ਜਾ ਰਹੀ ਹੈ। ਵੈਕਸੀਨ ਦੀ 900 ਕਰੋੜ ਰੁਪਏ ਐਲੋਕੇਟ ਕੀਤੇ ਗਏ ਨੇ। 900 ਕਰੋੜ ਰੁਪਏ ਐਲੋਕੇਟ ਕੀਤੇ ਗਏ ਨੇ। AR ਰਹਿਮਾਨ ਜੋ ਕਿ ਸਿੰਗਰ ਨੇ, ਇਹਨਾਂ ਨੂੰ ਐਂਬੈਸਡਰ ਅਪਾਇੰਟ ਕੀਤਾ ਗਿਆ ਹੈ ਬਾਫਟਾ। ਸਿੰਗਰ, ਕੰਪੋਜ਼ਰ, ਲਿਰਿਸਿਸਟ, ਕਾਫੀ ਅਗਰ ਗੱਲ ਕਰਦੇ ਹਾਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਕਾਫੀ ਵੱਡਾ ਨਾਮ ਹੈ AR ਰਹਿਮਾਨ। ਤਾਂ ਇਹਨਾਂ ਨੂੰ ਬਾਫਟਾ ਦੁਆਰਾ ਬਾਫਟਾ ਅਵਾਰਡ ਦਿੱਤੇ ਜਾਂਦੇ ਨੇ। ਆਪਾਂ ਡਿਸਕਸ ਕੀਤੇ ਹੋਏ ਨੇ। ਲਾਸਟ ਈਅਰ 1917 ਮੂਵੀ ਨੂੰ ਬਾਫਟਾ ਅਵਾਰਡ ਦਿੱਤਾ ਗਿਆ ਸੀ। ਬਾਫਟਾ ਦੀ ਫੁੱਲ ਫਾਰਮ ਇੰਪੋਰਟੈਂਟ ਬਣੇਗੀ ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਆਰਟਸ। ਇਹਨਾਂ ਦਾ ਇੱਕ ਇਨੀਸ਼ੀਏਟਿਵ ਹੈ ਬ੍ਰੇਕ ਥਰੂ ਇਨੀਸ਼ੀਏਟਿਵ, ਜਿਸ ਨੂੰ ਇੰਡੀਆ ਦੇ ਵਿੱਚ ਲਾਂਚ ਕੀਤਾ ਜਾ ਰਿਹਾ ਹੈ। ਇਸ ਇਨੀਸ਼ੀਏਟਿਵ ਦੇ ਅੰਡਰ ਹਰ ਸਾਲ 5 ਟੈਲੈਂਟਡ ਪਰਸਨਸ ਨੂੰ ਚੂਜ਼ ਕੀਤਾ ਜਾਏਗਾ, ਜਿਸ ਦੇ ਲਈ ਐਂਬੈਸਡਰ ਅਪਾਇੰਟ ਕੀਤੇ ਗਏ ਨੇ AR ਰਹਿਮਾਨ। ਬਾਫਟਾ ਦਾ ਹੈੱਡਕੁਆਟਰ ਲੰਡਨ ਦੇ ਵਿੱਚ ਹੈ। ਇਸ ਦੇ ਹੈੱਡ ਨੇ ਅਮਾਂਡਾ ਬੈਰੀ। ਇਸ ਤੋਂ ਇਲਾਵਾ AR ਰਹਿਮਾਨ ਦੇ ਬਾਰੇ ਯਾਦ ਰੱਖਣਾ, ਇਹਨਾਂ ਨੂੰ 2009 ਦੇ ਵਿੱਚ ਬਾਫਟਾ ਅਵਾਰਡ ਦਿੱਤਾ ਗਿਆ ਸੀ। ਨੈਕਸਟ ਹੈ ADB ਦੁਆਰਾ ਇੱਕ ਬੁੱਕ ਰਿਲੀਜ਼ ਕੀਤੀ ਗਈ ਹੈ। ADB ਏਸ਼ੀਅਨ ਡਿਵੈਲਪਮੈਂਟ ਬੈਂਕ ਦੁਆਰਾ ਫਿਊਚਰ ਆਫ ਰੀਜਨਲ ਕਾਰਪੋਰੇਸ਼ਨ ਇਨ ਏਸ਼ੀਆ ਐਂਡ ਦਾ ਪੈਸੀਫਿਕ। ਫਿਊਚਰ ਆਫ ਰੀਜਨਲ ਕਾਰਪੋਰੇਸ਼ਨ ਇਨ ਏਸ਼ੀਆ ਐਂਡ ਦਾ ਪੈਸੀਫਿਕ ਬੁੱਕ ਨੂੰ ਰਿਲੀਜ਼ ਕੀਤਾ ਗਿਆ ADB ਦੁਆਰਾ।
ਨੈਕਸਟ ਹੈ ਰੇਲਵੇ ਮਿਨਿਸਟਰੀ ਦੀ ਗੱਲ ਕਰਦੇ ਹਾਂ। ਪੀयूष गोयल ਲਵੇ ਰੇਲਵੇ ਮਿਨਿਸਟਰੀ ਹੈ। ਇਹਨਾਂ ਦੁਆਰਾ ਇਲੈਕਟਰੀਫਾਈਡ ਦੀਗਾਵਾੜਾ ਬੰਦੀ ਕੂਈ ਸੈਕਸ਼ਨ ਆਫ ਨਾਰਦਰਨ ਵੈਸਟਰਨ ਰੇਲਵੇ ਲਾਂਚ ਕੀਤਾ ਗਿਆ ਰਾਜਸਥਾਨ ਦੇ ਅਲਵਰ ਡਿਸਟ੍ਰਿਕਟ ਦੇ ਵਿੱਚ। ਬੇਸਿਕਲੀ ਆਪਾਂ ਡਿਸਕਸ ਕੀਤਾ ਸੀ ਕਿ ਰੇਲਵੇਜ਼ ਨੂੰ ਫੁੱਲੀ ਇਲੈਕਟਰੀਫਾਈਡ ਕਰਨਾ ਹੈ, ਯਾਨੀ ਕਿ ਜਿਹੜੀ ਪਹਿਲੇ ਟ੍ਰੇਨ ਸੀਗੀਆਂ ਕੋਲ 'ਤੇ ਚਲਾਈ ਜਾਂਦੀਆਂ ਸੀ, ਬਾਅਦ ਦੇ ਵਿੱਚ ਹੁਣ ਡੀਜ਼ਲ 'ਤੇ ਚਲਾਈ ਜਾਂਦੀਆਂ ਨੇ, ਤਾਂ ਹੁਣ ਉਹਨਾਂ ਨੂੰ ਚੇਂਜ ਕਰਕੇ ਇਲੈਕਟ੍ਰੀਸਿਟੀ 'ਤੇ ਚਲਾਉਣਾ ਤਾਂ ਇਲੈਕਟਰੀਫਾਈ ਕਰਨਾ ਹੈ। ਤਾਂ ਇਸ ਦੇ ਲਈ ਟਾਰਗੇਟ ਸੈਟਅਪ ਕੀਤਾ ਗਿਆ ਕਿ 2023 ਤੱਕ ਸਾਰੀ ਟ੍ਰੇਨਸ ਨੂੰ ਇੰਡੀਆ ਦੀ ਇਲੈਕਟਰੀਫਾਈਡ ਕਰ ਦਿੱਤਾ ਜਾਏਗਾ। ਤਾਂ ਇਸੀ ਦੇ ਵਿੱਚ ਅਲਵਰ ਰਾਜਸਥਾਨ ਦੇ ਵਿੱਚ ਦੀਗੀਵਾੜਾ ਬੰਦੀ ਕੋਈ ਸੈਕਸ਼ਨ ਨੂੰ ਇਨੋਗਰੇਟ ਕੀਤਾ, ਇਲੈਕਟਰੀਫਾਈਡ ਇਨੋਗਰੇਟ ਕੀਤਾ ਗਿਆ। ਨੈਕਸਟ ਹੈ ਪ੍ਰਕਾਸ਼ ਜਾਵੇਦਕਰ ਦੀ ਗੱਲ ਕਰਦੇ ਹਾਂ। ਇਹਨਾਂ ਨੇ ਪ੍ਰਕਾਸ਼ ਜਾਵੇਦਕਰ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰ ਪਲੱਸ ਹਰਦੀਪ ਸਿੰਘ ਪੁਰੀ ਸਿਵਲ ਐਵੀਏਸ਼ਨ ਮਿਨਿਸਟਰੀ ਪਲੱਸ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਹਾਊਸਿੰਗ ਐਂਡ ਅਰਬਨ ਅਫੇਅਰਸ ਮਿਨਿਸਟਰੀ, ਦੋਨਾਂ ਨੇ ਮਿਲ ਕੇ ਇੱਕ ਬੁੱਕ ਰਿਲੀਜ਼ ਕੀਤੀ। ਬੇਸਿਕਲੀ ਜਿਹੜੀ 550th ਬਰਥ ਐਨੀਵਰਸਰੀ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 30 ਨਵੰਬਰ ਨੂੰ ਓਬਜ਼ਰਵ ਕੀਤੀ ਗਈ। ਇਸੇ ਦਿਨ ਇੱਕ ਬੁੱਕ ਰਿਲੀਜ਼ ਕੀਤੀ ਗਈ ਹੈ ਪ੍ਰਾਈਮ ਮਿਨਿਸਟਰ ਮੋਦੀ ਐਂਡ ਹਿਜ਼ ਗਵਰਨਮੈਂਟਸ ਸਪੈਸ਼ਲ ਰਿਲੇਸ਼ਨਸ਼ਿਪ ਵਿਦ ਸਿੱਖ। 3 ਲੈਂਗੁਏਜਿਸ ਦੇ ਵਿੱਚ ਇਸ ਬੁੱਕ ਨੂੰ ਰਿਲੀਜ਼ ਕੀਤਾ ਗਿਆ। ਨੈਕਸਟ ਹੈ ਹੋਮ ਮਿਨਿਸਟਰ ਅਮਿਤ ਸ਼ਾਹ ਹੋਮ ਮਿਨਿਸਟਰ ਨੇ ਇਹਨਾਂ ਦੁਆਰਾ 2 ਫਲਾਈਓਵਰਸ ਨੂੰ ਇਨੋਗਰੇਟ ਕੀਤਾ ਗਿਆ ਅਹਿਮਦਾਬਾਦ ਦੇ ਵਿੱਚ। 2 ਫਲਾਈਓਵਰਸ ਨੂੰ ਅਹਿਮਦਾਬਾਦ ਦੇ ਵਿੱਚ ਇਨੋਗਰੇਟ ਕੀਤਾ ਗਿਆ। ਇੰਡੀਆ ਦੀ ਗੱਲ ਕਰਦੇ ਹਾਂ। ਇੰਡੀਆ ਇਨ ਟਰਮਸ ਆਫ ਰੀਨਿਊਏਬਲ ਐਨਰਜੀ ਪ੍ਰੋਡਕਸ਼ਨ, ਰੀਨਿਊਏਬਲ ਐਨਰਜੀ ਦੇ ਵਿੱਚ ਇੰਡੀਆ ਕਿੰਨਵੇਂ ਨੰਬਰ 'ਤੇ ਹੈ? 4ਥੇ ਨੰਬਰ 'ਤੇ ਹੈ। ਟੌਪ ਕਿਹਨਾਂ ਦੁਆਰਾ ਕੀਤਾ ਗਿਆ? ਆਈਸਲੈਂਡ ਦੁਆਰਾ। ਆਈਸਲੈਂਡ ਕੈਪੀਟਲ ਰੈਕਜਾਵਿਕ ਹੈ, ਕਰੰਸੀ ਇੱਥੇ ਕਰੋਨਾ ਚੱਲਦੀ ਹੈ। ਨੈਕਸਟ ਹੈ ਟੈਰਰਿਸਟ ਇੰਡੈਕਸ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਟੈਰਰਿਸਟ ਇੰਡੈਕਸ ਦੇ ਵਿੱਚ ਅਫਗਾਨਿਸਤਾਨ ਟੌਪ 'ਤੇ ਸੀਗਾ। ਇੰਡੀਆ ਕਿੰਨਵੇਂ ਨੰਬਰ 'ਤੇ ਸੀਗਾ? 8ਵੇਂ ਨੰਬਰ 'ਤੇ। ਸਿੰਗਾਪੁਰ ਦੇ ਵਿੱਚ ਦੁਬਾਰਾ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ FDI ਲੈ ਕੇ ਆਈ ਗਈ ਹੈ। FDI ਫੋਰਨ ਡਾਇਰੈਕਟ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਫਾਈਨੈਂਸ਼ੀਅਲ ਈਅਰ 2020-21 ਦਾ ਜਿਹੜਾ ਫਰਸਟ ਹਾਫ ਹੈ ਉਸ ਦੇ ਵਿੱਚ ਸਭ ਤੋਂ ਜ਼ਿਆਦਾ FDI ਕਿਸ ਨੇ ਪ੍ਰੋਵਾਈਡ ਕੀਤੀ ਹੈ ਇੰਡੀਆ ਨੂੰ? ਸਿੰਗਾਪੁਰ ਨੇ। 2nd ਨੰਬਰ 'ਤੇ USA ਦੇ। ਨੈਕਸਟ ਹੈ QS ਵਰਲਡ ਯੂਨੀਵਰਸਿਟੀ ਰੈਂਕਿੰਗਸ ਰਿਲੀਜ਼ ਕੀਤੀ ਗਈ। QS ਵਰਲਡ ਯੂਨੀਵਰਸਿਟੀ ਰੈਂਕਿੰਗਸ 2021 ਰਿਲੀਜ਼ ਕੀਤੀ ਗਈ ਹੈ। ਇਸ ਨੂੰ ਟੌਪ ਕੀਤਾ ਗਿਆ MIT USA ਦੁਆਰਾ। 2nd ਨੰਬਰ 'ਤੇ ਸਟੈਨਫੋਰਡ ਯੂਨੀਵਰਸਿਟੀ ਔਰ 3rd ਨੰਬਰ ਤੇ ਹਾਰਵਰਡ ਯੂਨੀਵਰਸਿਟੀ ਰਹੀ ਹੈ। ਏਸ਼ੀਆ ਦੇ ਵਿੱਚੋਂ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਦੁਆਰਾ ਟੌਪ ਕੀਤਾ ਗਿਆ। ਇੰਡੀਆ ਦੀ ਗੱਲ ਕਰਦੇ ਹਾਂ IIT ਬੰਬੇ 172 ਪਲੇਸ 'ਤੇ ਰਹੀ ਹੈ ਓਵਰਆਲ, ਔਰ ਅਗਰ ਏਸ਼ੀਆ ਦੇ ਵਿੱਚੋਂ ਗੱਲ ਕਰਦੇ ਹਾਂ ਤਾਂ 37th ਨੰਬਰ 'ਤੇ ਰਹੀ। ਸਿਮਿਲਰ ਤਰੀਕੇ ਨਾਲ IISc ਬੈਂਗਲੁਰੂ 2nd ਨੰਬਰ 'ਤੇ ਔਰ 3rd ਨੰਬਰ 'ਤੇ IIT ਦਿੱਲੀ ਇੰਡੀਆ ਦੇ ਵਿੱਚ। ਨੈਕਸਟ ਹੈ ਚਾਈਨਾ ਦੁਆਰਾ ਇੱਕ ਨਿਊਕਲੀਅਰ ਰਿਐਕਟਰ ਅਨਾਊਂਸ ਕੀਤਾ ਗਿਆ ਹੈ। ਫਰਸਟ ਡੋਮੈਸਟਿਕਲੀ ਮੇਡ ਨਿਊਕਲੀਅਰ ਰਿਐਕਟਰ ਫੂਜੀਅਨ ਦੇ ਵਿੱਚ ਚਾਈਨਾ ਨੇ ਆਪਣਾ ਪਹਿਲਾ ਡੋਮੈਸਟਿਕਲੀ ਮੇਡ ਨਿਊਕਲੀਅਰ ਰਿਐਕਟਰ ਬਣਾਇਆ। ਇਸ ਤੋਂ ਇਲਾਵਾ ਚਾਈਨਾ ਲਵੇ ਟੋਟਲ 48 ਨਿਊਕਲੀਅਰ ਪਲਾਂਟਸ ਨੇ, ਜਿਨ੍ਹਾਂ ਦੇ ਨਾਲ ਚਾਈਨਾ 3ਰੇ ਨੰਬਰ 'ਤੇ ਆਉਂਦਾ। ਵਰਲਡ 3rd ਹਾਈਐਸਟ ਨਿਊਕਲੀਅਰ ਪਾਵਰ ਹੈ ਆਫਟਰ USA ਐਂਡ ਫਰਾਂਸ। ਸਭ ਤੋਂ ਜ਼ਿਆਦਾ ਨਿਊਕਲੀਅਰ ਪਾਵਰ ਪਲਾਂਟਸ ਕਿੱਥੇ ਨੇ? USA ਦੇ ਵਿੱਚ ਨੇ। 2ਰੇ ਨੰਬਰ 'ਤੇ ਫਰਾਂਸ 'ਤੇ ਔਰ 3rd ਨੰਬਰ 'ਤੇ ਚਾਈਨਾ। ਨੈਕਸਟ ਹੈ ਚਾਈਨਾ ਦੁਆਰਾ ਹੀ ਇੱਕ ਹਾਈਡਰੋ ਪਾਵਰ ਪ੍ਰੋਜੈਕਟ ਪ੍ਰਪੋਜ਼ ਕੀਤਾ ਗਿਆ ਬ੍ਰਹਮਪੁੱਤਰ ਰਿਵਰ ਦੇ ਉੱਤੇ ਤਿੱਬਤ ਰੀਜਨ ਦੇ ਵਿੱਚ। ਠੀਕ ਹੈ, ਇਸੀ ਦੇ ਰਿਲੇਟਡ ਇਸੇ ਨੂੰ ਕਾਊਂਟਰ ਕਰਨ ਦੇ ਲਈ ਇੰਡੀਆ ਦੁਆਰਾ ਵੀ ਅਨਾਊਂਸ ਕੀਤਾ ਗਿਆ, ਉਸ ਦੇ ਬਾਰੇ ਵੀ ਡਿਸਕਸ ਕਰਾਂਗੇ। ਨੈਕਸਟ ਹੈ ਮਾਊਂਟ ਇਲੀ ਲੈਵਟਲੌਕ ਵੋਲਕੈਨੋ ਹੈ, ਇੰਡੋਨੇਸ਼ੀਆ ਦੇ ਵਿੱਚ ਹੈ, ਇਰਪਟ ਹੋਇਆ। ਇਸ ਕਰਕੇ ਇੰਪੋਰਟੈਂਟ ਬਣਿਆ ਕਿਉਂਕਿ ਇਸ ਦੀ ਜਿਹੜੀ ਕਹਿ ਸਕਦੇ ਕਿ ਲਾਵਾ ਸੀਗਾ, ਮੈਗਮਾ ਸੀ, ਉਹ ਕਾਫੀ ਜ਼ਿਆਦਾ ਹਾਈਟ 'ਤੇ ਰਿਹਾ, ਕਾਫੀ ਜ਼ਿਆਦਾ ਹਾਈਟ 'ਤੇ ਉਹ ਰਿਲੀਜ਼ ਹੋਇਆ, ਇਸੀ ਕਰਕੇ ਇਹ ਇੰਪੋਰਟੈਂਟ ਰਿਹਾ। ਮਾਊਂਟ ਇਲੀ ਲੈਵਟਲੌਕ ਵੋਲਕੈਨੋ ਹੈ, ਕਿੱਥੇ ਹੈ? ਇੰਡੋਨੇਸ਼ੀਆ ਦੇ ਵਿੱਚ ਹੈ। ਸਟੈਟਿਕ ਫਾਰਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ। ਨੈਕਸਟ ਹੈ ਉੱਤਰਾਖੰਡ ਦੇ ਚੀਫ ਮਿਨਿਸਟਰ ਤ੍ਰਿਵੇਂਦਰ ਸਿੰਘ ਰਾਵਤ ਇਨੋਗਰੇਟ ਕੀਤੀ ਗਈ ਸੂਰਿਆਧਰ ਲੇਕ ਨੂੰ ਦੇਹਰਾਦੂਨ ਦੇ ਨਜ਼ਦੀਕ ਦੋਲਾਵਾਲਾ ਦੇ ਵਿੱਚ ਇਨੋਗਰੇਟ ਕੀਤਾ ਗਿਆ। ਕਰਨਾਟਕਾ ਚੀਫ ਮਿਨਿਸਟਰ ਦੀ ਗੱਲ ਕਰਦੇ ਹਾਂ BS ਯੇਦੁਰੱਪਾ ਨੇ, ਇਹਨਾਂ ਦੁਆਰਾ LMS ਸਿਸਟਮ ਨੂੰ ਲਾਂਚ ਕੀਤਾ ਗਿਆ। ਲਰਨਿੰਗ ਮੈਨੇਜਮੈਂਟ ਸਿਸਟਮ ਨੂੰ ਲਾਂਚ ਕੀਤਾ ਗਿਆ BS ਯੇਦੁਰੱਪਾ ਦੁਆਰਾ। ਗੈਲਰੀ ਔਨ ਟ੍ਰੈਮ ਗੈਲਰੀ ਅਗਰ ਆਪਾਂ ਗੱਲ ਕਰਦੇ ਹਾਂ, ਟ੍ਰੈਮ ਕੀ ਹੁੰਦੀ ਹੈ ਕਿ ਟ੍ਰੇਨ ਹੁੰਦੀ ਹੈ, ਸ਼ਾਰਟ ਟ੍ਰੇਨ ਕਹਿ ਸਕਦੇ ਆਪਾਂ ਉਹਨਾਂ ਨੂੰ। ਤਾਂ ਟ੍ਰੇਨਸ ਦੇ ਵਿੱਚ ਲਾਂਚ ਕੀਤੀ ਗਈ ਇੱਕ ਗੈਲਰੀ, ਆਰਟ ਗੈਲਰੀ ਲਾਂਚ ਕੀਤੀ ਗਈ ਹੈ ਕੋਲਕਾਤਾ ਵੈਸਟ ਬੰਗਾਲ ਦੇ ਵਿੱਚ। ਨੈਕਸਟ ਹੈ ਸਪੀਸੀਜ਼ ਆਫ
ਫਰੋਗ ਦੀ ਸਪੀਸੀਜ਼ ਪਾਈ ਗਈ ਹੈ ਕਰਨਾਟਕਾ ਦੇ ਵਿੱਚ, ਕਰਨਾਟਕਾ ਦੇ ਬੈਂਗਲੁਰੂ ਦੇ ਵਿੱਚ। ਔਰ ਨਾਮ ਇੰਪੋਰਟੈਂਟ ਬਣਿਆ ਕਿਉਂਕਿ ਇਸ ਦਾ ਨਾਮ ਬੈਂਗਲੁਰੂ ਸਿਟੀ ਦੇ ਉੱਤੇ ਰੱਖਿਆ ਗਿਆ। ਇਸ ਦਾ ਨਾਮ ਰੱਖਿਆ ਗਿਆ ਸੈਫੋਰੈਥਿਕਾ ਬੈਂਗਲੁਰੂ, ਸੈਫੋਰੈਥਿਕਾ ਬੈਂਗਲੁਰੂ, ਬੈਂਗਲੁਰੂ ਸਿਟੀ ਦੇ ਉੱਤੇ ਇਸ ਦਾ ਨਾਮ ਰੱਖਿਆ ਗਿਆ। ਨੈਕਸਟ ਹੈ ਯੂਨਾਈਟਿਡ ਇਕਨੋਮਿਕ ਫੋਰਮ ਵਰਲਡ ਸਮਿਟ। ਯੂਨਾਈਟਿਡ ਇਕਨੋਮਿਕ ਫੋਰਮ ਦਾ ਵਰਲਡ ਸਮਿਟ ਹੈ, ਇਸਦਾ 4th ਐਡੀਸ਼ਨ ਆਰਗੇਨਾਈਜ਼ ਕੀਤਾ ਜਾ ਰਿਹਾ। ਇਸ ਨੂੰ ਇਨੋਗਰੇਟ ਕੀਤਾ ਗਿਆ ਤਮਿਲਨਾਡੂ ਚੀਫ ਮਿਨਿਸਟਰ ਈਕੇ ਪਾਲਾਨਾਸਵਾਮੀ। ਬੇਸਿਕਲੀ ਕੱਲ੍ਹ ਦੇ ਦਿਨ ਇਸ ਨੂੰ ਇਨੋਗਰੇਟ ਕੀਤਾ ਜਾਏਗਾ ਅੰਡਰ ਥੀਮ ਇਮੇਜਿਨ ਇੰਪੈਕਟ ਇੰਸਪਾਇਰ, ਇਮੇਜਿਨ ਇੰਪੈਕਟ ਇੰਸਪਾਇਰ। ਨੈਕਸਟ ਹੈ अंडेमान एंड निकोबार आइलैंड। अंडेमान और निकोबार यूटी है जी, इस दे अंडर वन नेशन वन राशन कार्ड स्कीम, वन नेशन वन राशन कार्ड स्कीम नूं इस दे अंडर ऐड किया गया। अंडेमान एंड निकोबार दे अंडर इसनूं ऐड किया गया। अगर आप गल करते हैं वन नेशन वन राशन कार्ड स्कीम की, इस स्कीम नूं 2018 दे विच लॉन्च किया गया सी, अगस्त 2018 दे विच। इस स्कीम के अंडर पूरी कंट्री नूं लेके आना है। हुण तक की गल करते हैं तो 28 स्टेट्स और यूटीज़ नूं इस दे विच ऐड कर दिता गया। टोटल 28 स्टेट्स प्लस यूटीज़ नूं ऐड कर दिता गया, बाकियां नूं ऐड करना हजे बाकी है। टारगेट सैटअप किया गया कि मार्च 2021 तक पूरी कंट्री नूं इस स्कीम के अंडर ऐड कर दिता जाएगा। नैक्सट चलते हैं स्टैटिक पोर्शन के विच वाइल्ड लाइफ सेंचुरी डिस्कस कर रहे हैं। तो तेलंगाना की गल करते हैं तो तेलंगाना के विच कवाल, पखाल, मंजीरा और पोचारम, कवाल, पखाल, मंजीरा और पोचारम वाइल्ड लाइफ सेंचुरी तेलंगाना के विच है। त्रिपुरा की गल करते हैं तो गुमती, रोवा, तृष्णा, गुमती, रोवा, तृष्णा 3 वाइल्ड लाइफ सेंचुरीज त्रिपुरा की इंपोर्टेंट रहनगियां। यूपी की गल करते हैं उत्तर प्रदेश हस्तिनापुर वाइल्ड लाइफ सेंचुरी, चंद्रप्रभा वाइल्ड लाइफ सेंचुरी, बखीरा, बखीरा वाइल्ड लाइफ सेंचुरी, कैमूर वाइल्ड लाइफ सेंचुरी और किशनपुर वाइल्ड लाइफ सेंचुरी। उत्तराखंड, उत्तराखंड के विच बिंसार, मलन, नंदौर, मसूरी और केदारनाथ वाइल्ड लाइफ सेंचुरीज कितने ने उत्तराखंड के विच। वेस्ट बंगाल की गल करते हैं रायगंज, सेंचल और महानंदा, रायगंज, सेंचल और महानंदा वाइल्ड लाइफ सेंचुरी वेस्ट बंगाल दे विच है। नैक्सट चलते हैं अज की फर्स्ट न्यूज़ के वल। फर्स्ट क्वेश्चन डिस्कस करांगे विच डे इज़ ऑब्जर्वड एज इंटरनेशनल डे ऑफ अबोलिशन ऑफ स्लेवरी, इंटरनेशनल डे ऑफ अबोलिशन ऑफ स्लेवरी। स्लेवरी की गल करते हैं गुलामिता की, अगर आप गल करिए तो गुलामिता नूं खत्म करने के लिए, गुलामिता नूं खत्म करने के लिए और इस दिन नूं अवेयर करने के लिए किस दिन नूं ऑब्जर्व किया जाता है 2 दिसंबर नूं। 2 दिसंबर नूं हर साल इंटरनेशनल डे ऑफ एबोलिशन ऑफ स्लेवरी ऑब्जर्व किया जाता है। बेसिकली अगर आप गल करते हैं बेसिकली हिस्टरी के विच अगर आप गल करिए तो सब तो ज़्यादा जी स्लेवरी सी यूएसए के विच सी। यूएसए के जोड़े अफ्रीका कह सकते हैं कि जोड़े अफ्रीकन लोग से उन्होंने नाल पक्षपात किया जाता सी, ठीक है, चाहे अज भी किया जाता, पर अज काफ़ी ज़्यादा रिड्यूस लैवल पर। अगर उस लैवल की गल करिए, उस टाइम की गल करते हैं तो उस टाइम के काफ़ी ज़्यादा स्लेवरी का और ब्लैक लोगों को स्लेव बना के रखा जाता सीगा। तो इस चीज़ को खत्म करने के लिए इस दिन को ऑब्जर्व करना शुरू किया गया सी। यूनाइटेड नेशनस द्वारा इस दिन को ऑब्जर्व किया जाता है इंटरनेशनल डे ऑफ एबोलिशन ऑफ स्लेवरी 2 दिसंबर को। इस तो इलावा होर भी इंपोर्टेंट डेज ने जिहड़े कि 2 दिसंबर को ऑब्जर्व किए जाते हैं, डिस्कस करांगे। सब तो पहले 1 दिसंबर के आप एक बार रिकॉल कर लें किहड़े डेज से आप डिस्कस किए सी। BSF का फाउंडेशन डे, नागालैंड का ऑब्जर्वेशन डे प्लस वर्ल्ड एड्स डे ऑब्जर्व किया गया, ठीक है। 3 इंपोर्टेंट दिन 1 दिसंबर को डिस्कस किए। 3 ही इंपोर्टेंट दिन आप 2 दिसंबर को डिस्कस कर लें। तो किहड़े कंप्यूटर लिटरेसी डे, वर्ल्ड कंप्यूटर लिटरेसी डे भी 2 दिसंबर को ऑब्जर्व किया गया, 2 दिसंबर को ऑब्जर्व किया गया। इस तो इलावा नैशनल पोल्यूशन कंट्रोल डे 2 दिसंबर ऑब्जर्व किया जाता है। 2 दिसंबर को नैशनल पोल्यूशन कंट्रोल डे ऑब्जर्व किया जाता है। बेसिकली जी 2 दिसंबर है, अगर आप अपनी कंट्री की गल करते हैं तो कंट्री के एक ट्रैजेडी हुई सी 2 दिसंबर को, भोपाल गैस ट्रैजेडी। अगर किसी को याद हो तो भोपाल गैस ट्रैजेडी किसी ने नाम सुनिया होगा काफ़ी लोगों ने कि 1984 जी भोपाल है उत्थे एक गैस लीक हुई सी। गैस सी मिथाइल आइसोसाइनाइड गैस लीक हुई सी, जिस करके काफ़ी ज़्यादा लोगों की अगर आप गल करते थाउजेंड्स ऑफ लोगों की उत्थे डैथ हो गई सी, ठीक है। तो इसे करके इस दिन नैशनल पोल्यूशन कंट्रोल डे ऑब्जर्व किया जाता है। नेक्स्ट है हु हैज़ बीन इलैक्टेड एज प्रेजिडेंट ऑफ वॉलीबॉल फेडरेशन ऑफ इंडिया।
डिफरेंट स्पोर्ट्स ऑर्गेनाइजेशन की गल करते हैं तो इंडिया लैवल के जिन्ने स्पोर्ट्स ऑर्गेनाइजेशन ने उन्होंने हैड इंपोर्टेंट बनते हैं अगर वो रिसेंटली अपॉइंट किए जाते हैं। इस तो इलावा इंटरनैशनल लैवल की ऑर्गेनाइजेशन के हैड इंपोर्टेंट बनते हैं। तो वॉलीबॉल फैडरेशन ऑफ इंडिया के जोड़े हैड अपॉइंट किए गए हैं कौन किए गए हैं? आच्युता सामंता प्रेजिडेंट अपॉइंट किया गया वॉलीबॉल फैडरेशन ऑफ इंडिया का। ठीक है जी। अच्छा, वॉलीबॉल फैडरेशन ऑफ इंडिया का हैडकुआटर कितने है? ये बाय मिस्टेक दिल्ली ना कर दियो, ये है चेन्नई दे विच। वॉलीबॉल फैडरेशन ऑफ इंडिया का हैडकुआटर चेन्नई दे विच है, ये याद रखने। ठीक है जी। इस तो इलावा बाकी ऑप्शंस दे विच काफ़ी इंटरेस्टिंग नेम ने। फॉर एग्जाम्पल ज्ञानेंद्रो निगोम्बम इन्हों हॉकी इंडिया के प्रेजिडेंट अपॉइंट किया गया सी, हॉकी इंडिया के प्रेजिडेंट अपॉइंट किया गया सी। सौरभ गांगुली ये BCCI के प्रेजिडेंट ने। क्रिकेट की गल करते हैं तो बोर्ड ऑफ क्रिकेट कंट्रोल ऑफ इंडिया के प्रेजिडेंट सौरभ गांगुली। प्रफुल पटेल फुटबॉल एसोसीएशन ऑफ इंडिया के हैड प्रफुल पटेल। नरेंद्र बत्रा की गल करते हैं तो इंडियन ओलंपिक कमेटी के हैड ने, पहले तो इंडियन ओलंपिक कमेटी के हैड ने। इस तो इलावा इंटरनैशनल हॉकी फैडरेशन के भी हैड ने। ये हॉकी इंडिया के हैड ज्ञानेंद्रो निगोम्बम, इंटरनैशनल हॉकी फैडरेशन के हैड ने नरेंद्र बत्रा। कोलालंपुर मलेशिया के इंटरनैशनल हॉकी फैडरेशन का हैडकुआटर कितने है? मैं नहीं दस रहा, तुसीं दसोगे कमेंट बॉक्स के इंटरनैशनल हॉकी फैडरेशन का हैडकुआटर कितने है। ठीक है जी। इस तो इलावा अगर आप गल करते हैं नरेंद्र बत्रा की, तो नरेंद्र बत्रा इंटरनैशनल ओलंपिक कमेटी के भी हैड ने, इंटरनैशनल ओलंपिक कमेटी के मैंबर ने, इंडियन ओलंपिक कमेटी के हैड ने। ठीक है जी। नेक्स्ट है विच सिटी इज़ द मोस्ट पोल्यूटेड सिटी इन द वर्ल्ड अकॉर्डिंग टू US एयर क्वालिटी इंडेक्स। USA एयर क्वालिटी इंडेक्स की अगर आप गल करते हैं तो केड़ी सिटी द्वारा इस इंडेक्स में टॉप किया गया? इस इंडेक्स में टॉप किया गया लाहौर द्वारा। यानी कि लाहौर दे विच सब तो ज़्यादा जी एयर क्वालिटी है वह खराब है। सब तो ज़्यादा पुअर एयर क्वालिटी केड़ी सिटी दे विच है? लाहौर सिटी ऑफ पाकिस्तान। दूसरे नंबर पर इंडिया की न्यू दिल्ली रही है और थर्ड नंबर पर काठमांडू नेपाल काठमांडू रही है। ठीक है जी। एक क्वेश्चन पूछते हैं कि काठमांडू दे विच केड़ी इंटरनैशनल ऑर्गेनाइजेशन का हैडकुआटर है? ऑप्शन दे देने ब्रिक्स, सार्क, ठीक है, या फिर कोई होर ऑर्गेनाइजेशन। केड़े ग्रुप का हैडकुआटर है काठमांडू दे विच? नेपाल काठमांडू दे विच किसका हैडकुआटर है? कमेंट बॉक्स में दसना। ठीक है जी। हांगकॉन्ग की गल करते हैं। हांगकॉन्ग वैसे एक डिफरेंट कंट्री मनी जाती है पर चाइना पॉलिसी के अंडर इसनों अपनी ही टैरेटरी दसदा है। वुहान की गल करते हैं। वुहान सिटी है जी चाइना के है और इतों कहा गया कि कोविड-19 का ओरीजन है जोड़ा कोविड-19 का ओरीजन कितों होया सी? वुहान सिटी चाइना तो। नेक्स्ट है नेवल वर्जन ऑफ ब्रह्मोस मिसाइल की गल करते हैं। आप काफ़ी बार डिस्कस की है ब्रह्मोस मिसाइल कि ब्रह्मोस मिसाइल इंडिया और रशिया दो कंट्रीज़ ने मिलकर बनाई सी। इस मिसाइल नूं इस तरीके नाल बनाया गया सी कि लैंड, एयर और नेवल तीनों तरीके से काम कर सकती है। लैंड तो भी फायर की जा सकती है, हवा तो भी फायर की जा सकती है और नेवी शिप्स तो भी फायर की जा सकती है, सबमरीन तो भी फायर की जा सकती है। ठीक है, ब्रह्मोस मिसाइल। हुण इस ब्रह्मोस मिसाइल की अगर गल करते हैं जो बनाई गई सी इसकी स्ट्राइक रेंज सी 250 किलोमीटर। ठीक है, अनाउंस किया गया कि इसनूं इंक्रीज़ करके 450 किया जाएगा। हुण जिहड़ी इसका अपग्रेडिड वर्जन है उसनूं 400 कर दिता गया, 400 अपग्रेडिड कर दी गई है। हुण जिहड़ी 400 की गई है लैंड टैसट रिसेंटली आप डिस्कस किया सी, ऑर्गेनाइज किया गया। एयर टैसट इसका आप डिस्कस किया सी, ऑर्गेनाइज किया गया। हुण इसका नेवल टैसट ऑर्गेनाइज किया गया। नेवल टैसट इसका ऑर्गेनाइज किया गया है बे ऑफ बंगाल दे विच। कित्थे किया गया? बे ऑफ बंगाल दे विच किया गया। INS का नाम इंपोर्टेंट बनेगा कि केड़ी INS द्वारा इसनूं फायर किया गया, केड़ी INS द्वारा इसनूं टेस्ट फायर किया गया? INS रणविजय द्वारा, इंडियन नेवाल शिप रणविजय। INS इंडियन नेवाल शिप रणविजय द्वारा इसनूं टेस्ट फायर किया गया। इस तो इलावा अगर बाकी INS की गल करते हैं, ये ऐसे 4 INS के नाम ने जिहड़े बिल्कुल रिसेंटली न्यूज़ दे विच रहे ने। अगर आप गल करते हैं नवंबर मंथ की, तो नवंबर मंथ दे विच ही न्यूज़ दे विच रहे ने। फॉर एग्जाम्पल INS कारमुक और कारमोता, INS कारमुक और कारमोता, ये दोनों जिहड़ी INS ने इन्हां ने पार्टिसिपेट किया सी इंडिया और सिंगापुर की एक्सरसाइज दे विच। इंडिया, सिंगापुर और
थाईलैंड ਦੇ ਨਾਲ ਜਿਹੜੀ ਐਕਸਰਸਾਈਜ਼ ਕੰਡਕਟ ਕੀਤੀ ਗਈ ਸੀ ਸਿਟਮੈਕਸ ਐਕਸਰਸਾਈਜ਼ ਦੇ ਵਿੱਚ ਇਹਨਾਂ ਦੋਨੋਂ ਨੇਵਾਲ ਸ਼ਿਪ ਦੁਆਰਾ ਪਾਰਟਿਸਿਪੇਟ ਕੀਤਾ ਗਿਆ। थाईलैंड ਦੇ ਨਾਲ ਜਿਹੜੀ ਕਾਰਪੋਰੇਟ ਐਕਸਰਸਾਈਜ਼ ਕੰਡਕਟ ਕੀਤੀ ਗਈ, ਕਾਰਪੋਰੇਟ ਐਕਸਰਸਾਈਜ਼ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਗਿਆ ਕੱਲੀ ਕਾਰਮੁਕ ਦੁਆਰਾ, ਠੀਕ ਹੈ। ਸਿੰਗਾਪੁਰ ਦੇ ਨਾਲ ਸਿੰਬੈਕਸ एक्सरसाइज सिंगापुर ਦੇ ਨਾਲ और सिटमैक्स एक्सरसाइज ट्राईलेटरल एक्सरसाइज है इंडिया सिंगापुर और थाईलैंड ਦੇ ਨਾਲ ਕੰਡਕਟ ਕੀਤੀ ਗਈ, ਠੀਕ ਹੈ ਜੀ। ਇਸ ਤੋਂ ਇਲਾਵਾ INS ਹੰਸਾ ਦੀ ਅਗਰ ਆਪਾਂ ਗੱਲ ਕਰੀਏ, INS ਹੰਸਾ ਰਿਸੈਂਟਲੀ ਨਿਊਜ਼ ਦੇ ਵਿੱਚ ਰਹੀ ਸੀ ਕਿ ਇੱਕ P8I ਸਰਵੇਲੈਂਸ ਪਲੇਨ ਆਪਾਂ ਡਿਸਕਸ ਕੀਤੇ ਸੀ, P8I ਸਰਵੇਲੈਂਸ ਪਲੇਨ ਜਿਨ੍ਹਾਂ ਦੇ ਲਈ ਟੋਟਲ 12 ਦੀ ਡੀਲ ਸਾਈਨ ਕੀਤੀ ਗਈ ਸੀ ਬੋਇੰਗ ਕੰਪਨੀ ਦੇ ਨਾਲ, ਜਿਨ੍ਹਾਂ ਦੇ ਵਿੱਚੋਂ ਨੋਮਾ ਹੈਂਡਓਵਰ ਕੀਤਾ ਗਿਆ INS ਹੰਸਾ ਦੇ ਵਿੱਚ। INS ਹੰਸਾ ਕਿੱਥੇ ਡਿਪਲੋਇਡ ਹੈ? ਗੋਆ ਦੇ ਵਿੱਚ। INS ਰਜਾਲੀ ਦੀ ਗੱਲ ਕਰਦੇ ਹਾਂ, INS ਰਜਾਲੀ ਹੈ ਜਿਹੜੀ ਇਹ ਡਿਪਲੋਇਡ ਹੈ ਤਮਿਲਨਾਡੂ ਦੇ ਵਿੱਚ ਡਿਪਲੋਇਡ ਹੈ। ਔਰ ਇਹ ਨਿਊਜ਼ ਦੇ ਵਿੱਚ ਰਹੀ ਸੀ ਕਿਉਂਕਿ ਇੰਡੀਆ ਨੇ USA ਤੋਂ ਡਰੋਨਸ ਲਿੱਤੇ ਸੀ, ਸੀ ਗਾਰਜੀਅਨ ਜਿਹੜੇ ਡਰੋਨਸ ਲਿੱਤੇ ਸੀ ਉਹਨਾਂ ਨੂੰ ਯੂਜ਼ ਕੀਤਾ ਗਿਆ, ਉਹਨਾਂ ਨੂੰ ਪਲੇਸ ਕੀਤਾ ਗਿਆ, ਕਮਿਸ਼ਨ ਕੀਤਾ ਗਿਆ INS ਰਜਾਲੀ ਦੇ ਵਿੱਚ, ठीक है जी। लीज ਤੇ ले गए ने 2 ड्रोन्स अमेरिका तो। नेक्स्ट है हु हैज़ इनॉग्रेटेड फर्स्ट SCO यंग साइंटिस्ट कॉन्क्लेव। SCO ਦੇ ਬਾਰੇ ਆਪਾਂ ਡਿਸਕਸ ਕੀਤਾ ਹੋਇਆ ਹੈ। SCO ਜਿਹੜਾ ਗਰੁੱਪ ਹੈ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ, ਬੀਜਿੰਗ ਚਾਈਨਾ ਦੇ ਵਿੱਚ ਹੈੱਡਕੁਆਟਰ ਹੈ। 8 ਮੈਂਬਰ ਕੰਟਰੀਜ਼ ਨੇ। ਇਹਨਾਂ ਦੀ SCO ਦੀ 2 ਤਰੀਕੇ ਦੇ ਇੰਪੋਰਟੈਂਟ ਸਮਿਟ ਹੁੰਦੇ ਨੇ, ਇੱਕ ਤਾਂ SCO ਦਾ ਹੈੱਡ ਆਫ ਗਵਰਨਮੈਂਟ ਔਰ ਇੱਕ ਹੈੱਡ ਆਫ ਸਟੇਟ ਸਮਿਟ ਹੈ ਜਿਹੜਾ रशिया द्वारा ऑर्गेनाइज किया गया 2020 का, रिसेंटली ऑर्गेनाइज किया गया। हैड ऑफ गवर्नमेंट समिट इंडिया द्वारा होस्ट किया गया, रिसेंटली ऑर्गेनाइज किया गया, ठीक है जी। इस तो इलावा SCO का इस साल अनाउंस किया गया कि फर्स्ट एवर SCO यंग साइंटिस्ट कॉन्क्लेव है जोड़ा पहली बार ऑर्गेनाइज करेगा, मतलब पहली बार ही ऑर्गेनाइज किया जा रहा है और पहली बार ही इसनों इंडिया ऑर्गेनाइज कर रहा है। तो इंडिया के किन्ना द्वारा इसनों इनोग्रेट किया गया है? डॉक्टर हर्षवर्धन बेसिकली वैसे तो हैल्थ मिनिस्टर ने। इस तो इलावा इन्होंने लवे साइंस एंड टैक्नोलॉजी मिनिस्ट्री और अर्थ साइंस मिनिस्ट्री है। एज ए साइंस एंड टैक्नोलॉजी मिनिस्टर इन्हों द्वारा इसनों इनोग्रेट किया गया। चांदनी चौक न्यू दिल्ली तो लोक सभा MP ने डॉक्टर हर्षवर्धन। नरेंद्र मोदी प्राइम मिनिस्टर ने वाराणसी यूपी तो लोक सभा MP ने। और रिसेंटली वाराणसी यूपी के प्राइम मिनिस्टर नरेंद्र मोदी द्वारा कुछ फाउंडेशन प्रोजेक्ट्स रखे गए, आप डिस्कस किए थे। इस तो इलावा प्राइम मिनिस्टर नरेंद्र मोदी द्वारा दीप महोत्सव के भी पार्टिसिपेट किया गया वाराणसी यूपी के कार्तिक पूर्णिमा के उपलक्ष्य के, ठीक है। टोटल किन्ने लाख दिए लगाए गए? 11 लाख दिए गंगा रिवर के उत्ते काशी या वाराणसी कह सकते हैं लगाए गए। अमित शाह गांधीनगर गुजरात तो लोक सभा MP ने और होम मिनिस्ट्री देख रहे हैं। आप हुणे डिस्कस करके हटे हैं इन्हों द्वारा की किया गया, ब्रिजिज इनोग्रेट किए गए हैं अहमदाबाद के। राजनाथ सिंह डिफेंस मिनिस्टर ने लखनऊ उत्तर प्रदेश तो लोक सभा MP ने। और पीयूष गोयल रेलवे मिनिस्ट्री, कॉमर्स एंड इंडस्ट्रीज मिनिस्ट्री। इस तो इलावा 2 मिनिस्ट्रियों का चार्ज एडिशनल हुणे दिता गया इन्हों, कॉमर्स कंज्यूमर अफेयर्स मिनिस्ट्री और इस तो इलावा फूड एंड पब्लिक डिस्ट्रीब्यूशन मिनिस्ट्री, ठीक है जी। पीयूष गोयल राज्यसभा MP ने महाराष्ट्र तो। नेक्स्ट है विच बैंक हैज़ अप्रूव्ड 430 मिलियन लोन टू इंप्रूव पावर सप्लाई इन उत्तर प्रदेश। यूपी की गल करते हैं। बेसिकली अगर आप गल करते हैं क्वेश्चन आंसर है ADB, एशियन डेवलपमेंट बैंक। एशियन डेवलपमेंट बैंक रिलेटेड कल भी आप न्यूज़ डिस्कस की है कि इन्होंने बारे एक बुक रिलीज़ की गई है, ठीक है जी। इस तो इलावा पावर सप्लाई की ही गल करते हैं तो रिसेंटली जी अगर आप न्यूज़पेपर के न्यूज़ की गल करते हैं तो 430 नहीं है, उत्थे की है बेसिकली 660 कुछ है, ठीक है। वो किस करके है? 663 है आई थिंक। तो वो किस करके है? वो इस करके क्योंकि अपने डिस्कस किया थोड़े दिन पहले कि मेघालय को भी ADB द्वारा लोन दिता गया सी। मेघालय को 133 मिलियन का लोन दिता गया और 430 यूपी को दिता गया सिमिलर चीज़ के लिए पावर सप्लाई को इंप्रूव करने के लिए। कुछ दिन पहले ही आप डिस्कस किया तो अपने न्यूज़ के टोटल अमाउंट 663 लिख के आ रही है कि इंडिया को 663 मिलियन का लोन प्रोवाइड किया गया। अमाउंट इंपोर्टेंट नहीं बनेगी, सिंपली याद रखांगे कि ADB ने रिसेंटली पावर सप्लाई के लिए किहड़ी स्टेट्स को लोन दिता सी या फिर यूपी को पावर सप्लाई इंप्रूव करने के लिए किहड़ी स्टेट किहड़े बैंक द्वारा लोन दिता गया। तो याद रखांगे ADB यानी कि एशियन डेवलपमेंट बैंक।
ਮੈਟਰੋ ਮਨੀਲਾ ਫਿਲੀਪੀਨਸ ਦੇ ਵਿੱਚ ਹੈੱਡਕੁਆਟਰ ਹੈ। ADB ਦੇ ਵਿੱਚ 68 ਮੈਂਬਰ ਕੰਟਰੀਜ਼ ਨੇ। ADB ਦੇ ਹੈੱਡ ਮਸਤਸੁਗੂ ਆਸਾਕਾਵਾ ਜਾਪਾਨ ਤੋਂ ਬਿਲੋਂਗ ਕਰਦੇ ਨੇ। ਔਰ ADB ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਉਹ ਆਪਣੇ ਲਈ ਇੰਪੋਰਟੈਂਟ ਨੇ ਅਸ਼ੋਕ ਲਵਾਸਾ ਇੰਡੀਅਨ ਨੇ, ਨਾਮ ਇੰਪੋਰਟੈਂਟ ਬਣੇਗਾ। ਠੀਕ ਹੈ ਜੀ। ਰਿਸੈਂਟਲੀ ਇਹ ਇਲੈਕਸ਼ਨ ਕਮਿਸ਼ਨਰ ਹੁੰਦੇ ਸੀ, ਇਲੈਕਸ਼ਨ ਕਮਿਸ਼ਨਰ ਦੀ ਪੋਸਟ ਤੋਂ ਛੱਡ ਕੇ ਇਹ ਇੱਧਰ ਵਾਈਸ ਪ੍ਰੈਜ਼ੀਡੈਂਟ ਬਣ ਗਏ। ਤਾਂ ਇਲੈਕਸ਼ਨ ਕਮਿਸ਼ਨਰ ਦੀ ਜਿਹੜੀ ਪੋਸਟ ਖਾਲੀ ਸੀ ਉੱਥੇ ਕੌਣ ਨਵੇਂ ਇਲੈਕਸ਼ਨ ਕਮਿਸ਼ਨਰ ਬਣਾਏ ਗਏ? ਰਾਜੀਵ ਕੁਮਾਰ। ਠੀਕ ਹੈ ਜੀ। ਇਸ ਤੋਂ ਇਲਾਵਾ ਬਾਕੀ ਆਪਸ਼ਨਸ ਦੇ ਵਿੱਚ ਡਿਸਕਸ ਕਰ ਲੈਂਦੇ ਹਾਂ। ਸਭ ਤੋਂ ਪਹਿਲੇ ਵਰਲਡ ਬੈਂਕ ਔਰ IMF ਦੀ ਗੱਲ ਕਰਦੇ ਹਾਂ ਤਾਂ ਵਰਲਡ ਬੈਂਕ ਔਰ IMF ਦੋਨਾਂ ਦੇ ਵਿੱਚ 190 ਮੈਂਬਰ ਕੰਟਰੀਜ਼ ਨੇ। 190th ਮੈਂਬਰ ਦੋਨਾਂ ਦੀ ਐਂਡੋਰਾ ਹੈ, ਯਾਦ ਰੱਖਣੀ ਹੈ। ਦੋਨਾਂ ਦਾ ਹੈੱਡਕੁਆਟਰ ਵਾਸ਼ਿੰਗਟਨ DC ਦੇ ਵਿੱਚ ਹੈ। ਵਰਲਡ ਬੈਂਕ ਦੇ ਹੈੱਡ ਦੀ ਗੱਲ ਕਰਦੇ ਹਾਂ ਡੇਵਿਡ ਮਲਪਾਸ ਨੇ, ਔਰ IMF ਦੇ ਹੈੱਡ ਦੀ ਅਗਰ ਆਪਾਂ ਗੱਲ ਕਰੀਏ ਤਾਂ ਕ੍ਰਿਸਟਲੀਨਾ ਜੋਰਜੀਵਾ ਨੇ। ECB ਦੀ ਗੱਲ ਕਰਦੇ ਹਾਂ। ECB ਦਾ ਹੈੱਡਕੁਆਟਰ ਫਰੈਂਕਫੁਰਟ ਜਰਮਨੀ ਦੇ ਵਿੱਚ ਹੈ। ਔਰ ECB ਦੇ ਹੈੱਡ ਦੀ ਅਗਰ ਆਪਾਂ ਗੱਲ ਕਰਦੇ ਹਾਂ ECB ਯੂਰੋਪੀਅਨ ਸੈਂਟਰਲ ਬੈਂਕ, ਯੂਰੋਪੀਅਨ ਕੰਟਰੀਜ਼ ਇਸ ਦੀਆਂ ਮੈਂਬਰ ਨੇ ਔਰ ਇਸ ਦੇ ਹੈੱਡ ਨੇ ਕ੍ਰਿਸਟਲੀਨਾ ਲਗਾਰਡੇ। AIIB ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ 103 ਮੈਂਬਰ ਕੰਟਰੀਜ਼ ਨੇ AIIB ਦੀਆਂ। ਬੀਜਿੰਗ ਚਾਈਨਾ ਦੇ ਵਿੱਚ ਹੈੱਡਕੁਆਟਰ ਹੈ ਔਰ ਜਿਮ ਲਿਕੁਇਨ ਇਸ ਦੇ ਹੈੱਡ ਨੇ। ਨੈਕਸਟ ਹੈ ਵਿਚ ਡਾਇਰੀ ਪਲਾਂਟ, ਕਿਹੜਾ ਡਾਇਰੀ ਪਲਾਂਟ ਟੌਪ ਕੀਤਾ 20 ਗਲੋਬਲ ਡਾਇਰੀ ਪ੍ਰੋਸੈਸਰਸ ਦੇ ਵਿੱਚ? ਐਜ਼ ਪਰ ਦਾ ਰਿਪੋਰਟ ਰਿਲੀਜ਼ਡ ਬਾਏ IFCN ਡਾਇਰੀ ਰਿਸਰਚ ਨੈਟਵਰਕ। ਇੱਕ ਰਿਪੋਰਟ ਜਾਰੀ ਕੀਤੀ ਗਈ, ਇੰਡੈਕਸ ਜਾਰੀ ਕੀਤਾ ਗਿਆ IFCN ਡਾਇਰੀ ਰਿਸਰਚ ਨੈਟਵਰਕ ਦੁਆਰਾ। ਯਾਨੀ ਕਿ ਜਿਹੜੀ ਡਾਇਰੀ ਪਲਾਂਟਸ ਨੇ ਬੇਸਿਕਲੀ ਜਿਹੜੀ ਕਹਿ ਸਕਦੇ ਹਾਂ ਕਿ ਮਿਲਕ ਪ੍ਰੋਡਕਟਸ ਦੀ ਕੰਪਨੀਜ਼ ਨੇ। ਠੀਕ ਹੈ। ਫੋਰ ਐਗਜ਼ਾਮਪਲ ਅਤੇ ਆਪਸ਼ਨ ਦਿੱਤੇ ਹੋਏ ਨੇ। ਫੋਰ ਐਗਜ਼ਾਮਪਲ ਅਮੂਲ ਇੰਡੀਆ ਹੋ ਗਿਆ, ਵੇਰਕਾ ਹੋ ਗਿਆ। ਅਗਰ ਇੰਡੀਆ ਦੀ ਗੱਲ ਕਰਦੇ ਹਾਂ ਮਦਰ ਡਾਇਰੀ ਹੋ ਗਿਆ। ਤਾਂ ਇਹ ਜਿਹੜੇ ਕਹਿ ਸਕਦੇ ਹਾਂ ਕਿ ਡਾਇਰੀਜ਼ ਨੇ, ਫਾਰਮਸ ਨੇ, ਇਹਨਾਂ ਦੇ ਵਿੱਚੋਂ ਕਿਹੜੇ ਫਾਰਮ ਨੇ ਟੌਪ ਕੀਤਾ ਬੈਸਟ ਮੰਨਿਆ ਗਿਆ? ਡੈਰੀ ਫਾਰਮਰਸ ਆਫ ਅਮਰੀਕਾ, USA ਦੇ ਡੈਰੀ ਫਾਰਮਰਸ ਆਫ ਅਮਰੀਕਾ ਦੁਆਰਾ ਇਸ ਇੰਡੈਕਸ ਨੂੰ ਟੌਪ ਕੀਤਾ ਗਿਆ। ਅਗਰ ਇੰਡੀਆ ਦੀ ਗੱਲ ਕਰਦੇ ਹਾਂ, ਇੰਡੀਆ ਵੱਲੋਂ ਅਮੂਲ ਇੰਡੀਆ ਦੁਆਰਾ ਟੌਪ ਕੀਤਾ ਗਿਆ ਔਰ ਓਵਰਆਲ ਇਸ ਇੰਡੈਕਸ ਦੇ ਵਿੱਚ ਅਮੂਲ ਇੰਡੀਆ 8ਵੇਂ ਨੰਬਰ 'ਤੇ ਰਹੇ। ਠੀਕ ਹੈ ਜੀ, ਇਹ ਯਾਦ ਰੱਖਣਾ। ਠੀਕ ਹੈ ਜੀ। ਨੈਕਸਟ ਹੈ which IIT has partnered with IIT ਐਲੂਮਨੀ ਕਾਉਂਸਲ। ਆਪਾਂ ਡਿਸਕਸ ਕੀਤਾ ਹੋਇਆ ਕਿ ਆਪਣੇ ਇੰਡੀਆ ਦੀ ਗੱਲ ਕਰਦੇ ਹਾਂ, ਡਿਫਰੈਂਟ IITs ਨੇ ਤਾਂ ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਇੱਕ ਗਵਰਨਿੰਗ ਬੋਡੀ ਵੀ ਹੈ IIT ਐਲੂਮਨੀ ਕਾਉਂਸਲ। ਠੀਕ ਹੈ। ਇਹਨਾਂ ਦੇ ਨਾਲ IIT ਨੇ ਪਾਰਟਨਰਸ਼ਿਪ ਕੀਤੀ ਹੈ ਕਿਸ ਦੇ ਲਈ? ਟੂ ਸੈਟ ਅਪ ਫਰਸਟ ਗਲੋਬਲ ਸੈਂਟਰ ਆਫ ਐਕਸੀਲੈਂਸ ਇਨ ਦਾ ਏਰੀਆ ਆਫ ਐਗਰੀਟੈਕ ਐਂਡ ਵਾਟਰ। ਐਗਰੀਕਲਚਰਲ ਦੇ ਲਈ ਟੈਕਨੋਲੋਜੀ ਨੂੰ ਡਿਵੈਲਪ ਕਰਨ ਦੇ ਲਈ ਔਰ ਵਾਟਰ ਦੇ ਲਈ ਟੈਕਨੋਲੋਜੀ ਡਿਵੈਲਪ ਕਰਨ ਦੇ ਲਈ ਗਲੋਬਲ ਸੈਂਟਰ ਆਫ ਐਕਸੀਲੈਂਸ ਬਣਾਇਆ ਜਾਏਗਾ। ਕਿਹੜੀ IIT ਦੁਆਰਾ? IIT ਰੋਪੜ ਦੁਆਰਾ। ਨਿਊਜ਼ ਜ਼ਿਆਦਾ ਇੰਪੋਰਟੈਂਟ ਬਣੇਗੀ ਕਿਉਂਕਿ ਪੰਜਾਬ ਦੇ ਵਿੱਚ ਹੈ, ਪੰਜਾਬ ਰਿਲੇਟਡ ਆਪਣੇ ਕਰੰਟ ਅਫੇਅਰਸ ਜ਼ਿਆਦਾ ਇੰਪੋਰਟੈਂਟ ਬਣਦੇ ਨੇ। ਤਾਂ IIT ਰੋਪੜ IIT ਐਲੂਮਨੀ ਕਾਉਂਸਲ ਦੇ ਨਾਲ ਪਾਰਟਨਰਸ਼ਿਪ ਕੀਤੀ ਗਈ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ IIT ਰੋਪੜ ਰਿਸੈਂਟਲੀ ਨਿਊਜ਼ ਦੇ ਵਿੱਚ ਸੀਗਾ ਵਾਰਡਬੋਟ ਕਰਕੇ। ਵਾਰਡਬੋਟ ਰੋਬੋਟ ਹੈ ਜਿਹੜਾ, ਇਹ ਵੀ IIT ਰੋਪੜ ਦੁਆਰਾ ਬਣਾਇਆ ਗਿਆ ਸੀ। COVID-19 ਦੇ ਦੌਰਾਨ ਹਸਪੀਟਲਸ ਦੇ ਵਿੱਚ ਕਹਿ ਸਕਦੇ ਹਾਂ ਕਿ ਪੇਸ਼ੈਂਟਸ ਨੂੰ ਫੂਡ ਔਰ ਮੈਡੀਸਿਨ ਪ੍ਰੋਵਾਈਡ ਕਰਵਾਉਣ ਦੇ ਲਈ। ਬਾਕੀ ਆਪਸ਼ਨਸ ਦੀ ਗੱਲ ਕਰਦੇ ਹਾਂ ਤਾਂ IIT ਰੁੜਕੀ ਦੁਆਰਾ ਕੀ ਕੀਤਾ ਗਿਆ ਸੀ? ਪ੍ਰਾਣ ਵਾਯੂ ਵੈਂਟੀਲੇਟਰ ਬਣਾਇਆ ਗਿਆ ਸੀ। ਪ੍ਰਾਣ ਵਾਯੂ ਵੈਂਟੀਲੇਟਰ ਕਿਹਨਾਂ ਨੇ ਬਣਾਇਆ ਸੀ? IIT ਰੁੜਕੀ ਨੇ। IIT ਦਿੱਲੀ ਦੀ ਗੱਲ ਕਰਦੇ ਹਾਂ ਤਾਂ ਕੋਰੋਸੋਰ ਕਿੱਟ ਬਣਾਈ ਸੀ। ਕੋਰੋਸੋਰ ਟੈਸਟਿੰਗ ਕਿੱਟ IIT ਦਿੱਲੀ ਦੁਆਰਾ। IIT ਬੰਬੇ ਦੁਆਰਾ ਡਿਜੀਟਲ ਸਟੈਥੋਸਕੋਪ ਬਣਾਇਆ ਗਿਆ ਸੀ। ਆਈਸ ਸਿੰਕ ਨਾਮ ਦਾ ਡਿਜੀਟਲ ਸਟੈਥੋਸਕੋਪ IIT ਬੰਬੇ ਦੁਆਰਾ। IIT ਮਦਰਾਸ ਦੁਆਰਾ ਮੈਡੀਕੈਬ ਪੋਰਟੇਬਲ ਹਸਪੀਟਲ ਬਣਾਇਆ ਗਿਆ। ਇਸ ਤੋਂ ਇਲਾਵਾ IIT ਮਦਰਾਸ NDRF ਦੀ ਰੈਂਕਿੰਗ ਦੇ ਵਿੱਚ ਟੌਪ ਕੀਤਾ ਸੀ IIT ਮਦਰਾਸ ਦੁਆਰਾ। ਇਹ ਵੀ ਯਾਦ ਰੱਖਣਾ। ਠੀਕ ਹੈ। ਵੈਸੇ ਹੋਰ ਵੀ ਕਾਫੀ ਜ਼ਿਆਦਾ ਚੀਜ਼ਾਂ ਨੇ ਜਿਹੜੀਆਂ ਇਹਨਾਂ IITs ਦੁਆਰਾ ਬਣਾਈਆਂ ਗਈਆਂ ਨੇ, ਪਰ ਆਪਣੇ ਲਈ ਰੀਸੈਂਟਲੀ ਦੀਆਂ ਇਹ ਚੀਜ਼ਾਂ ਕਾਫੀ ਜ਼ਿਆਦਾ ਇੰਪੋਰਟੈਂਟ ਬਣਨਗੀਆਂ। ਠੀਕ ਹੈ ਜੀ। ਇਸ ਤੋਂ ਇਲਾਵਾ IIT ਐਲੂਮਨੀ ਕਾਉਂਸਲ ਦੁਆਰਾ ਇੱਕ ਹੋਰ ਚੀਜ਼ ਵੀ ਲਾਂਚ ਕੀਤੀ ਗਈ ਹੈ, ਉਸ ਦੇ ਬਾਰੇ ਡਿਸਕਸ ਕਰਦੇ ਹਾਂ। ਇਹ ਨਿਊਜ਼ ਆਪਾਂ ਡਿਸਕਸ ਕਰ ਲਈ ਹੈ। ਤੇ ਜਿਹੜੀ IIT ਐਲੂਮਨੀ ਕਾਉਂਸਲ ਹੈ, ਇਹਨਾਂ ਨੇ ਲਾਂਚ ਕੀਤਾ ਹੈ ਇੰਡੀਆ ਇਨੋਵੇਸ਼ਨ ਨੈਟਵਰਕ, ਜਿਸ ਨੂੰ 12 ਨੈਟ ਕਿਹਾ ਜਾ ਰਿਹਾ। 12 ਨੈਟ ਇੰਡੀਆ ਇਨੋਵੇਸ਼ਨ ਨੈਟਵਰਕ 12 ਨੈਟ ਲਾਂਚ ਕੀਤਾ ਹੈ। ਕਿਸ ਦੇ ਲਈ?
कि जिहड़ी रिसर्च की जा सके इन्फैक्शियस डिसीज़ के उत्ते कि बेसिकली जिहड़ी डिसीज़ ने फॉर एग्जाम्पल स्पैशली कोविड-19 की अगर आपां गल करते हैं या होर बीमारियों के उत्ते रिसर्च करने के लिए क्वांटम टैक्नोलॉजी नूं यूज़ किया जाएगा ताकि 100 टाइम्स बैटर स्पीड यूज़ की जा सके सुपर कंप्यूटर्स नाल। जिहड़े इंडिया के सुपर कंप्यूटर्स ने अगर आप गल करते हैं उन्होंने विचों रिसेंटली जिहड़ा इंडैक्स आप डिस्कस किया सी परम सिद्धि नाम का अपना इंडिया का जिहड़ा सुपर कंप्यूटर है उसने टॉप किया सी इंडिया के विचों बेस्ट सुपर कंप्यूटर्स के विचों मन्निया गया सी। तां हुण सुपर कंप्यूटर्स तो भी 100 टाइम्स बैटर डाटा प्रोसैसिंग करने के लिए 12 नेट इंडिया इनोवेशन नैटवर्क नूं लॉन्च करेगा IIT एलुमनी काउंसिल। नेक्स्ट है हु इज़ अपॉइंटेड एज द फर्स्ट इंडियन टू बी अपॉइंटेड एज ग्लोबल CEO ऑफ बाटा कंपनी है। नॉर्मली शूज़ वगैरह लोग खरीदते हैं बाटा दे, जी बाटा कंपनी है उस बाटा कंपनी की CEO कौन बनाए गए ने। वैसे कंपनीज़ के जोड़े CEO वगैरह होंगे ने अपने लिए इंपोर्टेंट नहीं होंगे, पर यह न्यूज़ इस करके इंपोर्टेंट बनी है क्योंकि इंटरनेशनल कंपनी है बाटा और पहली बार किसी इंडियन नूं ग्लोबल CEO अपॉइंट किया गया। ठीक है, किन्हां नूं अपॉइंट किया गया? अपॉइंट किया गया संदीप कटारिया नूं। सैकेंड ऑप्शन संदीप कटारिया नूं फर्स्ट इंडियन बने ने जिन्होंने ग्लोबल CEO अपॉइंट किया गया बाटा कंपनी के विच CEO अपॉइंट किए गए हैं। बाकी 4 नामां की अगर आप गल करते हैं रिसेंटली न्यूज़ के रहे हैं, इन्हां रिलेटेड भी एक न्यूज़ डिस्कस कर लें, इंपोर्टेंट रहेगी। सब तो पहले थॉमस बैच जी कि आप डिस्कस की थी इंटरनेशनल ओलंपिक कमेटी, इंडियन ओलंपिक कमेटी के हैड नरेंद्र बत्रा। सिमिलरली इंटरनेशनल ओलंपिक कमेटी के जोड़े हैड ने थॉमस बैच ने तो इंटरनेशनल ओलंपिक कमेटी द्वारा अनाउंस किया गया कि इन्हों की टर्म खत्म हो रही है और दोबारा इलैक्शंस किए जाएंगे। तो इलैक्शंस के इन्हों के अपोजिट कोई भी कैंडीडेट नहीं खड़ा हो रहा। ठीक है, थॉमस बैच के अपोजिट अगर कोई भी कैंडीडेट नहीं खड़ा होएगा तो की होएगा कि इन्हों ही री इलैक्ट किया जाएगा। तो इन्हों री इलैक्ट किया जा सकता है, अनाउंसमेंट की गई है इंटरनेशनल ओलंपिक कमेटी द्वारा। ठीक है जी, कमेंट बॉक्स के इंटरनेशनल ओलंपिक कमेटी का हैडकुआटर दसना कितने है। ठीक है जी, नेक्स्ट है अभय भारद्वाज जो कि एक राज्य सभा मैंबर थे गुजरात तो, इन्हों की रिसेंटली डेथ हो गई है। इन्हों का नाम इंपोर्टेंट बनेगा क्योंकि जुलाई 2020 जी हुणे रिसेंटली जुलाई के इलैक्शंस होए सी राज्य सभा के, उन्होंने इन्हों इलैक्ट किया गया सी। ठीक है, गुजरात तो राज्य सभा MP से इन्हों की रिसेंटली डेथ हो गई है अभय भारद्वाज। ठीक है, इस तो अलावा राज्य सभा MP एक होर डिस्कस किए अपने कुछ दिन पहले ही अहमद पटेल का नाम भी डिस्कस किया। उन्होंने नाम ज़्यादा इंपोर्टेंट इस करके बनया सी क्योंकि वो कांग्रेस के काफ़ी इंपोर्टेंट परसन से। ठीक है जी, नेक्स्ट है यशे डोरजी नूं एक अवार्ड दिता गया। यशे डोरजी अरुणाचल प्रदेश तो बिलोंग करते हैं। असम सरकार द्वारा इन्हों अवार्ड दिता गया। असम सरकार एक अवार्ड दिंदी है लिटरेचर के फील्ड में सुखापा अवार्ड नूं 3 सालों के एक बार दिता जाता है और इस साल यशे डोरजी नूं दिता गया अरुणाचल प्रदेश तो ये बिलोंग करते। ठीक है जी, नेक्स्ट है संगीता श्रीवास्तव ने जिहड़े ये फर्स्ट वूमेन वाइस चांसलर बने ने इलाहाबाद यूनिवर्सिटी के। हालांकि अपने लिए ज़्यादा इंपोर्टेंट नहीं बनेगा इन्हों का नाम, पर एक बार याद रख सकते हैं कि संगीता श्रीवास्तव इलाहाबाद यूनिवर्सिटी के फर्स्ट वूमेन वाइस चांसलर बने। ठीक है जी, नेक्स्ट है विच बैंक हैज़ जॉइंड हैंड्स विद NPCI एंड जापान्स JCB इंटरनेशनल को टू लॉन्च रुपये JCB प्लैटिनम कॉन्टैक्टलैस क्रेडिट कार्ड। सब तो पहले कि जो रुपये JCB प्लैटिनम कॉन्टैक्टलैस क्रेडिट कार्ड है किन्ना तिन्ना ने इसमें मिलकर लॉन्च किया है। तो NPCI प्लस जापान की एक कंपनी इंटरनेशनल को JCB इंटरनेशनल को और तीसरा इंडिया वालों SBI बैंक द्वारा। ठीक है जी, तिन्ना के अगर फैक्ट्स की गल करते हैं तो NPCI नूं 2008 दे विच बनाया गया सी। NPCI का हैडकुआटर कित्थे है? मुंबई दे विच। NPCI के हैड कौन ने? दिलीप आसबे। ठीक है, NPCI SBI की गल करते हैं SBI नूं 1955 दे विच बनाया गया सी। SBI स्टेट बैंक ऑफ इंडिया हैडकुआटर मुंबई दे विच है और SBI दे रिसेंटली हैड अपॉइंट किए गए हैं, चेयरमैन अपॉइंट किए गए हैं दिनेश कुमार खारा। ठीक है जी, इस तो अलावा SBI दे ही रिसेंटली MD अपॉइंट किए गए सी अश्वनी भाटिया। 2 नाम याद रखेंगे SBI दे,
इंपोर्टेंट रहेंगे। हुण इन्हां ने रुपए JCB प्लैटिनम कॉन्टैक्टलैस क्रेडिट कार्ड लॉन्च किया। रुपए के बारे एक गल याद रखना कि रुपए कार्ड नूं रिसेंटली भूटान दे विच सैकेंड फेज़ लॉन्च किया गया सी। कित्थे लॉन्च किया गया सी? भूटान दे विच। इस तो इलावा रुपए कार्ड नूं सऊदी अरेबिया और UAE दे विच भी इंडिया कह सकदा लॉन्च कर चुके हैं। ठीक है जी। जिस तरीके नाल वीज़ा प्लैटफॉर्म, मास्टर कार्ड प्लैटफॉर्म अमेरिका के प्लैटफॉर्म्स ने इंडिया के विच यूज़ किए जाते हैं, उस तरीके नाल रुपए प्लैटफॉर्म इंडिया ने खुद का डेवलप किया है और बाकी कंट्रीज़ दे विच इसनूं प्रमोट कर रहे हैं। इस तो इलावा अगर आप बाकी ऑप्शनस की गल करते हैं तो येस बैंक के रिलेटेड लोन ओवर सिक्योरिटीज़ और लोन इन सेकेंड्स, ये दो इनीशिएटिव येस बैंक के ने हमेशा याद रखने ने। एक्सिस बैंक की गल करते हैं तो लिबर्टी सेविंग अकाउंट फैसिलिटी याद रखनी है। दूसरा एक्सा एक डिजिटल बोर्ड असिस्टेंट लॉन्च किया एक्सिस बैंक द्वारा। HDFC बैंक द्वारा हम हार नहीं मानेंगे सॉन्ग रिलीज़ किया गया सी। इस तो इलावा HDFC बैंक द्वारा शौर्य क्रेडिट कार्ड फैसिलिटी नूं लॉन्च किया गया सी। इस तो इलावा समर ट्रीट्स कैंपेन नूं HDFC बैंक द्वारा ही लॉन्च किया गया सी। ICICI बैंक WhatsApp के उत्ते सर्विस शुरू करने वाला फर्स्ट बैंक बनया सी। सैटेलाइट डाटा नूं यूज़ करने वाला फर्स्ट बैंक ICICI बैंक। इस तो इलावा होम उत्सव ICICI बैंक द्वारा ही लॉन्च किया गया सी। ठीक है जी। अच्छा, HDFC बैंक की गल करते हैं। रिसेंटली शशिधर जगदीशन नूं MD अपॉइंट किया गया, इन्हों का नाम इंपोर्टेंट बनेगा। इस तो इलावा HDFC बैंक के आदित्य पुरी का नाम याद रखना है, ये सब तो ज़्यादा हाईएस्ट पेड बैंकर बने सी। ठीक है जी। अच्छा, HDFC बैंक रिलेटेड ही कल भी आप न्यूज़ डिस्कस की थी कि HDFC बैंक तीसरी कंपनी और फर्स्ट ऐसा बैंक बनया जिसने ट्रांजैक्शंस या कह सकते हैं कि जी मार्केटाइजेशन है, टोटल कैपिटलाइजेशन है, मनी कैपिटलाइजेशन दे विच सब तो ज़्यादा टॉप किया सी, 8 मिलियन क्रॉस की थी। फर्स्ट बैंक और थर्ड ऐसी कंपनी बनी है आफ्टर TCS और रिलायंस। नेक्स्ट है IMD इंडियन मेट्रोलॉजिकल डिपार्टमेंट कहाँ गए थे? इंडियन मेट्रोलॉजिकल डिपार्टमेंट द्वारा वार्निंग जारी की गई साइक्लोन बुरेवी साइक्लोन। जिस तरीके नाल आप रिसेंटली डिस्कस किए निवाड़ साइक्लोन डिस्कस किया कि निवाड़ साइक्लोन इंडिया के विच आया, सिमिलर तरीके नाल एक होर साइक्लोन के लिए वार्निंग जारी की गई है बुरेवी साइक्लोन की वार्निंग जारी की गई है तमिलनाडु और केरला के विच। जिहड़ा निवाड़ साइक्लोन सी तमिलनाडु और पौंडीचेरी के विच आया सी, तो सिमिलर तरीके नाल बुरेवी के लिए तमिलनाडु और केरला के विच वार्निंग जारी की गई है। किहड़ी कंट्री द्वारा इसका नाम दिता गया? बुरेवी नाम है जिहड़ा किहड़ी कंट्री द्वारा दिता गया? ये मालदीव्स द्वारा दिता गया। ठीक है। बेसिकली जिन्ने भी साइक्लोन्स ने उन्हों नाम 13 कंट्रीज़ द्वारा दिता जाता है। 13 कंट्रीज़ हर एक साइक्लोन का आपदा नाम दिंदियां ने। ठीक है। तो इन्हां नामां दे विचों सिलैक्ट किए जाते हैं और उन्होंने किसी भी साइक्लोन को किसी भी कंट्री का नाम दे दिता जाता है। ठीक है। एक पर्टिकुलर ऑर्गेनाइजेशन है जी कि इन्होंने सैटअप करती है। तो बुरेवी नाम दिता गया सी मालदीव्स द्वारा, ये याद रखना है। जिस तरीके नाल ईरान के बारे आप डिस्कस किया सी निवाड़ साइक्लोन का नाम ईरान ने दिता सी। अम्फान की अगर आप गल करते अम्फान साइक्लोन इंडिया के आया सी, इसका नाम थाईलैंड द्वारा दिता गया सी। ठीक है। इस तो इलावा अगर आप गल करते निसारगा साइक्लोन इंडिया के आया सी, इसका नाम बांग्लादेश द्वारा दिता गया सी। ठीक है जी। इंडिया द्वारा भी नाम दिते जाते हैं। फॉर एग्जाम्पल एक साइक्लोन आया सी सोमालिया के जिहड़ा साइक्लोन आया सी उसका नाम इंडिया ने दिता सी गति साइक्लोन उसनूं कहा गया, जो कि सोमालिया दे विच हिट किया सी जिस साइक्लोन ने। ठीक है जी। ये याद रखने। इस तो इलावा कुछ न्यूज़ ने इंपोर्टेंट और डिस्कस करते हैं इंडिया रिलेटेड ही जी आप डिस्कस की सी कि ब्रह्मपुत्र रिवर के उत्ते चाइना द्वारा डैम बनाने के लिए प्रपोज किया गया, अनाउंसमेंट की गई है। सिमिलर तरीके नाल इंडिया ने उस डैम के नाल अपने एक डैम को भी अनाउंस किया है कि इंडिया के विच डैम लगाएगा ब्रह्मपुत्र रिवर के उत्ते ही। इंडिया अनाउंसड टू मेक अ डैम ऑन ब्रह्मपुत्र रिवर टू काउंटर चाइनीज़ कंस्ट्रक्शन अपस्ट्रीम। इस तो इलावा इस डैम तो इलावा एक रोड ब्रिज भी अनाउंस किया इंडिया ने कि एक रोड ब्रिज भी लगाएगा असम टू लैके मेघालय, जो कि ब्रह्मपुत्र रिवर के उत्ते लगाया जाएगा, जो असम नूं मेघालय के नाल कनैक्ट करेगा। ठीक है जी। और इस दे लिए कॉन्ट्रैक्ट भी दे दिता गया, कॉन्ट्रैक्ट दिता जाएगा L&T कंपनी नूं। ये भी अनाउंसमेंट की गई है कि L&T कंपनी इसनूं बनाएगी। ठीक है जी।
ਨੈਕਸਟ ਹੈ ਨਾਈਜੀਰੀਆ ਦੀ ਗੱਲ ਕਰਦੇ ਹਾਂ ਤਾਂ ਨਾਈਜੀਰੀਆ ਦੇ ਰਿਲੇਟਡ ਇੱਕ ਟੈਰਰਿਸਟ ਗਰੁੱਪ ਦਾ ਨਾਮ ਕਾफ़ी ज़्यादा ਹਾਈਲਾਈਟਡ ਸੀਗਾ ज़्यादातर ਨਿਊਜ਼ਪੇਪਰ ਜੇਕਰ ਆਪਾਂ ਗੱਲ ਕਰਦੇ ਹਾਂ ਦਾ ਹਿੰਦੂ ਹੋ ਗਿਆ ਦਾ ਟ੍ਰਿਬਿਊਨ ਹੋ ਗਿਆ ਇਹਨਾਂ ਦੇ ਵਿੱਚ ਨਾਮ ਕਾफ़ी ज़्यादा ਹਾਈਲਾਈਟਡ ਹੋਇਆ ਸੀ ਅਗਰ ਤੁਸੀਂ ਰੀਡ ਕੀਤਾ ਹੋਵੇ ਬੋਕੋ ਹਰਮ ਇੱਕ ਟੈਰਰਿਸਟ ਗਰੁੱਪ ਹੈ ਨਾਈਜੀਰੀਆ ਦਾ ਠੀਕ ਹੈ ਇਹਨਾਂ ਦੁਆਰਾ ਨਾਈਜੀਰੀਆ ਦੀ ਬੋਰਨੋ ਸਟੇਟ ਦੇ ਵਿੱਚ 110 ਫਾਰਮਰਸ ਨੂੰ ਮਾਰ ਦਿੱਤਾ ਗਿਆ ਠੀਕ ਹੈ ਇੱਕ ਟੈਰਰਿਸਟ ਗਰੁੱਪ ਹੈ ਡਾਇਰੈਕਟਲੀ ਆਪਾਂ ਯਾਦ ਰੱਖਾਂਗੇ ਕਿ ਬੋਕੋ ਹਰਮ ਕਿਸ ਕੰਟਰੀ ਦੇ ਨਾਲ ਰਿਲੇਟਡ ਕੁਐਸਚਨ ਡਾਇਰੈਕਟ ਪੁੱਛਿਆ ਜਾ ਸਕਦਾ ਹੈ ਕਿ ਬੋਕੋ ਹਰਮ ਇਜ਼ ਰਿਲੇਟਡ ਟੂ ਵਿਚ ਕੰਟਰੀ ਤਾਂ ਇਹ ਨਾਈਜੀਰੀਆ ਦਾ ਇੱਕ ਟੈਰਰਿਸਟ ਗਰੁੱਪ ਹੈ ਇਸ ਤੋਂ ਇਲਾਵਾ ਕੈਪੀਟਲ ਕਰੰਸੀ ਇੰਪੋਰਟੈਂਟ ਬਣੇਗੀ ਨਾਈਜੀਰੀਆ ਕੈਪੀਟਲ ਅਬੂਜਾ ਹੈ ਕਰੰਸੀ ਇੱਥੇ ਨਾਇਰਾ ਚੱਲਦੀ ਨੈਕਸਟ ਹੈ ਵਿਚ ਸਟੇਟ ਹੈਜ਼ ਅਨਾਊਂਸਡ ਟੂ ਸਟਾਰਟ ਫ੍ਰੀ ਐਂਬੂਲੈਂਸਿਸ ਫॉर ਰੋਡ ਐਕਸੀਡੈਂਟ ਵਿਕਟਿਮਸ ਦੇ ਲਈ ਫ੍ਰੀ ਐਂਬੂਲੈਂਸ ਸਰਵਿਸ ਪ੍ਰੋਵਾਈਡ ਕੀਤੀ ਜਾਏਗੀ ਕਿਹੜੀ ਸਟੇਟ ਦੁਆਰਾ ਇਸ ਅਨਾਊਂਸਮੈਂਟ ਨੂੰ ਕੀਤਾ ਗਿਆ ਠੀਕ ਹੈ ਕਿਹੜੀ ਸਟੇਟ ਦੁਆਰਾ ਇਸ ਅਨਾਊਂਸਮੈਂਟ ਨੂੰ ਕੀਤਾ ਗਿਆ ਇਸ ਅਨਾਊਂਸਮੈਂਟ ਨੂੰ ਕੀਤਾ ਗਿਆ ਵੈਸਟ ਬੰਗਾਲ ਦੁਆਰਾ ਠੀਕ ਹੈ ਅਗਰ ਆਪਾਂ ਐਂਬੂਲੈਂਸ ਦੀ ਹੀ ਗੱਲ ਕਰਦੇ ਹਾਂ ਤਾਂ ਰੀਸੈਂਟਲੀ ਆਪਾਂ ਡਿਸਕਸ ਕੀਤਾ ਸੀ ਕਿ ਮੈਰੀਨ ਐਂਬੂਲੈਂਸ ਪਾਣੀ ਦੇ ਰਿਵਰ ਏਰੀਆਜ਼ ਦੇ ਵਿੱਚ ਐਂਬੂਲੈਂਸ ਪ੍ਰੋਵਾਈਡ ਕੀਤੀ ਜਾਏਗੀ ਕੇਰਲਾ ਦੁਆਰਾ ਕੀ ਨਾਮ ਲਿਖਿਆ ਗਿਆ ਸੀ ਪ੍ਰਤੀਕਸ਼ਾ ਐਂਬੂਲੈਂਸਿਸ ਨੇ ਜਿਹੜੀਆਂ ਕੇਰਲਾ ਦੇ ਵਿੱਚ ਸ਼ੁਰੂ ਕੀਤੀਆਂ ਗਈਆਂ ਸੀ ਮੈਰੀਨ ਐਂਬੂਲੈਂਸਿਸ ਏਅਰ ਐਂਬੂਲੈਂਸ ਸ਼ੁਰੂ ਕੀਤੀ ਗਈ ਏਅਰ ਐਂਬੂਲੈਂਸ ਕਿੱਥੇ ਸ਼ੁਰੂ ਕੀਤੀ ਗਈ ਕਰਨਾਟਕਾ ਦੇ ਵਿੱਚ ਠੀਕ ਹੈ ਜੀ ਬਾਈਕ ਐਂਬੂਲੈਂਸ ਰਾਜਸਥਾਨ ਦੇ ਵਿੱਚ ਇਸ ਤੋਂ ਇਲਾਵਾ ਫਰਸਟ ਵੂਮਨ ਐਂਬੂਲੈਂਸ ਡਰਾਈਵਰ ਬਣੇ ਸੀ ਰੀਸੈਂਟਲੀ ਫਰਸਟ ਵੂਮਨ ਐਂਬੂਲੈਂਸ ਡਰਾਈਵਰ ਇੰਡੀਆ ਦੀ ਫਰਸਟ ਵੂਮਨ ਐਂਬੂਲੈਂਸ ਡਰਾਈਵਰ ਤਮਿਲਨਾਡੂ ਦੇ ਵਿੱਚ ਤਮਿਲਨਾਡੂ ਦੀ ਵੂਮਨ ਸੀ ਐਮ ਵੀਰਾ ਲక్ష్ਮੀ ਨੂੰ ਫਰਸਟ ਵੂਮਨ ਐਂਬੂਲੈਂਸ ਡਰਾਈਵਰ ਅਪਾਇੰਟ ਕੀਤਾ ਗਿਆ ਸੀ ਠੀਕ ਹੈ ਜੀ ਸਾਰੇ ਪੁਆਇੰਟਸ ਯਾਦ ਰੱਖ ਇਸ ਤੋਂ ਇਲਾਵਾ ਬਾਕੀ ਸਟੇਟਸ ਦੇ ਰਿਲੇਟਡ ਕੁਝ ਨਿਊਜ਼ ਨੇ ਡਿਸਕਸ ਕਰਦੇ ਹਾਂ ਸਭ ਤੋਂ ਪਹਿਲੇ ਪੰਜਾਬ ਦੇ ਵਿੱਚ ਫਾਊਂਡੇਸ਼ਨ ਸਟੋਨ ਰੱਖਿਆ ਗਿਆ 6 ਪ੍ਰੋਜੈਕਟਸ ਦਾ ਬੇਸਿਕਲੀ ਜਿਹੜੀ ਗੁਰੂ ਨਾਨਕ ਦੇਵ ਜੀ ਦੀ ਬਰਥ ਐਨੀਵਰਸਰੀ ਸੀਗੀ ਓਬਜ਼ਰਵ ਕੀਤੀ ਗਈ ਫਾਊਂਡੇਸ਼ਨ ਸਟੋਨ ਰੱਖੇ ਗਏ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਦੁਆਰਾ 2 ਵਿਲੇजेस ਸੁਲਤਾਨਪੁਰ ਲੋਧੀ ਔਰ ਡੇਰਾ ਬਾਬਾ ਨਾਨਕ ਦੋਨਾਂ ਦੇ ਵਿੱਚ ਟੋਟਲ 117 ਕਰੋੜ ਦੇ ਪ੍ਰੋਜੈਕਟਸ ਨੂੰ ਫਾਊਂਡੇਸ਼ਨ ਸਟੋਨ ਰੱਖਿਆ ਗਿਆ ਦੋਨੋਂ ਕਿਤੇ ਨੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਨੈਕਸਟ ਹੈ ਉੱਤਰਾਖੰਡ ਦੁਆਰਾ ਆਪਣਾ ਪਹਿਲਾ ਈਕੋ ਬ੍ਰਿਜ ਬਣਾਇਆ ਗਿਆ ਉੱਤਰਾਖੰਡ ਦਾ ਪਹਿਲਾ ਈਕੋ ਬ੍ਰਿਜ ਬੇਸਿਕਲੀ ਜਿਹੜੇ ਈਕੋ ਬ੍ਰਿਜ ਹੁੰਦੇ ਨੇ ਉਹ ਕੀ ਹੁੰਦਾ ਐਨੀਮਲਸ ਦੇ ਲਈ ਹੁੰਦੇ ਨੇ ਫॉर एग्जांपल अगर जंगल है जंगल के इलाके ਦੇ ਵਿੱਚ ਜਿਹੜੀ ਰੋਡ ਬਣੀ ਹੋਈ ਹੈ ਤਾਂ ਉਸ ਰੋਡ ਦੇ ਉੱਤੇ ਜਦੋਂ ਫਾਸਟ ਵਹੀਕਲਸ ਜਾਂਦੇ ਨੇ ਤਾਂ ਕੁਝ ਐਨੀਮਲਸ ਨੇ ਫॉर एग्जांपल ਹਾਥੀ ਵਗੈਰਾ ਹੋ ਗਏ ਜਾਂ ਕਿਸੇ ਵੀ ਤਰੀਕੇ ਦੇ ਐਨੀਮਲਸ ਅਗਰ ਸੜਕ ਤੇ ਆ ਜਾਂਦੇ ਨੇ ਤਾਂ ਉਹ ਸੜਕ ਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਠੀਕ ਹੈ ਜੀ ਤਾਂ ਇਹਨਾਂ ਨੂੰ ਟੈਕਲ ਕਰਨ ਦੇ ਲਈ ਈਕੋ ਬ੍ਰਿਜਸ ਬਣਾਏ ਜਾਂਦੇ ਨੇ ਐਨੀਮਲਸ ਦੇ ਲਈ ਕਿ ਐਨੀਮਲਸ ਉਸ ਬ੍ਰਿਜਸ ਦੁਆਰਾ ਹੀ ਜਾ ਸਕਣਗੇ ਸੜਕ ਦੇ ਉੱਤੇ ਨਹੀਂ ਆਣਗੇ ਠੀਕ ਹੈ ਜੀ ਤਾਂ ਇਸ ਤਰੀਕੇ ਨਾਲ ਇੱਕ ਸਮੋਲ ਐਨੀਮਲਸ ਦੇ ਲਈ ਫॉर एग्जांपल ਗਿਲਹਰੀਆਂ ਹੋ ਗਈਆਂ ਇਸ ਤਰੀਕੇ ਦੇ ਐਨੀਮਲਸ ਦੇ ਲਈ ਪਹਿਲਾ ਈਕੋ ਬ੍ਰਿਜ ਉੱਤਰਾਖੰਡ ਦੇ ਵਿੱਚ ਬਣਾਇਆ ਗਿਆ ਠੀਕ ਹੈ ਜੀ ਨੈਕਸਟ ਹੈ ਮਹਾਰਾਸ਼ਟਰ ਦੀ ਗੱਲ ਕਰਦੇ ਹਾਂ ਮਹਾਰਾਸ਼ਟਰ ਦੁਆਰਾ ਚਾਈਲਡ ਫ੍ਰੈਂਡਲੀ ਪੁਲਿਸ ਸਟੇਸ਼ਨ ਬਣਾਏ ਗਏ ਨੇ ਪੂਨੇ ਦੇ ਵਿੱਚ ਮਹਾਰਾਸ਼ਟਰ ਦੁਆਰਾ ਗਵਰਨਮੈਂਟ ਦੁਆਰਾ ਪੂਨੇ ਦੇ ਵਿੱਚ ਚਾਈਲਡ ਫ੍ਰੈਂਡਲੀ ਪੁਲਿਸ ਸਟੇਸ਼ਨ ਬਣਾਇਆ ਗਿਆ ठीक है रिसेंटली चाइल्ड फ्रेंडली पुलिस स्टेशन और बेसिकली अगर आप गल करते हैं वूमेंस के लिए पुलिस स्टेशन स्पैशली और एंटी थैफ्ट इलैक्ट्रिसिटी एंटी थैफ्ट पुलिस स्टेशन कित्थे बनाए गए सी यूपी दे विच ठीक है जी याद रखने अज दे लई बस इन्ना ही आई होप तुहानूं सैशन पसंद आया होगा सैशन नूं लाइक और शेयर जरूर करते रहो काइंडली अपने फ्रेंड्स के नाल थैंक यू फॉर वॉचिंग द सैशन गुड बाय।